ਗਿੱਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਅੱਜ ਦੇ ਨਿਰਭਉ ਨਿਰਵੈਰ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਇਸ ਪ੍ਰੋਗਰਾਮ ਨਿਰਭਉ ਨਿਰਵੈਰ ਦੇ ਜੋ ਇਸ ਦਾ ਫਾਰਮੈਟ ਹੈ, ਜਿਸ ਲਈ ਇਸ ਪ੍ਰੋਗਰਾਮ ਦਾ ਨਾਂ ਨਿਰਭਉ ਨਿਰਵੈਰ ਰੱਖਿਆ ਸੀ। ਦਰਅਸਲ ਸਾਡੀ ਕੋਸ਼ਿਸ਼ ਹੈ ਕਿ ਬਿਲਕੁਲ ਨਿਰਪੱਖ ਹੋ ਕੇ ਅਸੀਂ ਉਹ ਸਾਰੇ ਮਸਲੇ, ਉਹ ਸਾਰੇ ਮਸਾਇਲ, ਉਹ ਸਾਰੇ ਮੁੱਦੇ, ਉਹਨਾਂ ਸਾਰੇ ਇਸ਼ੂਜ਼ ਨੂੰ ਤੁਹਾਡੇ ਤੱਕ ਰੱਖੀਏ ਜਿਨ੍ਹਾਂ ਦੇ ਨਾਲ ਸਾਡਾ ਵਾਸਤਾ ਹੈ। ਪਰ ਕੇਵਲ ਜਾਣਕਾਰੀ ਦੇਣਾ ਹੀ ਨਹੀਂ, ਕਿਉਂਕਿ ਜਾਣਕਾਰੀ ਤਾਂ ਆਮ ਤੌਰ ਦੇ ਉੱਤੇ ਬਹੁਤ ਚੈਨਲ ਹਨ, ਬਹੁਤ ਮੀਡੀਅਮ ਹਨ, ਬਹੁਤ ਮੀਡੀਆ ਹੈ, ਤੁਹਾਨੂੰ ਅਖਬਾਰਾਂ ਭਰੀਆਂ ਪਈਆਂ ਹੈ। ਪਰ ਇੱਕ ਖਾਸ ਪੰਥਕ ਨੁਕਤਾ ਨਿਗਾਹ ਤੋਂ ਉਹ ਸਾਰੀਆਂ ਘਟਨਾਵਾਂ ਦਾ ਤੁਹਾਡੇ ਤੱਕ ਪਹੁੰਚਣਾ ਬਹੁਤ ਹੀ ਲਾਜ਼ਮੀ ਹੈ। ਅੱਜ ਅਸੀਂ ਮੁੱਖ ਜਿਹੜਾ ਮੁੱਦਾ ਲਿਆ ਹੈ ਉਹ ਇਨਸਾਨੀਅਤ ਦੇ ਉੱਤੇ ਇਤਨਾ ਵੱਡਾ ਧੱਬਾ ਹੈ ਔਰ ਪੰਜਾਬ ਦੀ ਧਰਤੀ ਤੇ ਖਾਸ ਕਰਕੇ ਇਸ ਮਾਮਲੇ ਦੇ ਵਿੱਚ ਵੀ ਉਹ ਨੰਬਰ 1 ਆ ਰਿਹਾ ਹੈ, ਜਿਸ ਨੇ ਬਹੁਤ ਸ਼ਰਮਸਾਰ ਕੀਤਾ ਹੈ ਇਨਸਾਨੀਅਤ ਨੂੰ, ਮਾਨਵਤਾ ਨੂੰ ਔਰ ਪੰਜਾਬ ਨੂੰ ਵੀ। ਪੂਰੇ ਹਿੰਦੁਸਤਾਨ ਦੇ ਵਿੱਚ ਇਹ ਵਰਤਾਰਾ ਵਾਪਰ ਰਿਹਾ ਜਾਂ ਸ਼ਾਇਦ ਕਹਿ ਲਿਆ ਜਾਏ ਗੁਆਂਢੀ ਮੁਲਕਾਂ ਵਿੱਚ ਵੀ ਹੋ ਰਿਹਾ ਹੈ। ਪਰ ਜੇਕਰ ਅਸੀਂ ਆਪਣੀ ਨਿਗਾਹ ਨੂੰ ਥੋੜ੍ਹਾ ਜਿਹਾ ਸੰਕੀਰਣ ਕਰੀਏ ਔਰ ਦੇਖੀਏ ਕਿ ਪੰਜਾਬ ਦੀ ਧਰਤੀ ਦੇ ਉੱਤੇ ਇਸ ਤਰ੍ਹਾਂ ਹੋਣਾ ਕੀ ਜਾਇਜ਼ ਹੈ, ਗੱਲ ਹੈ ਬਹੁਤ ਵੱਡੀ ਗਿਣਤੀ ਦੇ ਵਿੱਚ, ਬਹੁਤ ਵੱਡੀ ਗਿਣਤੀ ਦੇ ਵਿੱਚ ਦਿਲ ਦਹਿਲਾ ਦੇਣ ਵਾਲੀ ਘਟਨਾ ਹੋ ਰਹੀਆਂ ਹਨ, ਜਿੱਥੇ ਲੜਕੀਆਂ ਦੇ ਉੱਤੇ, ਕੁੜੀਆਂ ਦੇ ਉੱਤੇ ਤੇਜ਼ਾਬ ਸੁੱਟ ਦਿੱਤਾ ਜਾਂਦਾ ਹੈ, ਉਹਨਾਂ ਦੇ ਚਿਹਰਿਆਂ ਦੇ ਉੱਤੇ ਤੇਜ਼ਾਬ ਪਾ ਦਿੱਤਾ ਜਾਂਦਾ ਹੈ। ਉਹ ਕੰਸਨਟ੍ਰੇਟਡ ਤੇਜ਼ਾਬ ਐਸਿਡ ਇੰਨਾ ਖਤਰਨਾਕ ਹੈ ਕਿ ਜਿੱਥੇ ਉਸ ਦੀ ਇੱਕ ਛਿੱਟ ਵੀ ਪੈ ਜਾਏ, ਇੱਕ ਬੂੰਦ ਵੀ ਪੈ ਜਾਏ, ਉਸ ਨੂੰ ਇੱਕਦਮ ਸਾੜ ਕੇ ਰੱਖ ਦਿੰਦੀ ਹੈ। ਅਪਰਾਧ ਕਈ ਕਿਸਮ ਦੇ ਹਨ, ਹਰ ਅਪਰਾਧ ਮਾੜਾ ਹੈ, ਹਰ ਅਪਰਾਧ ਤਕਲੀਫ ਦੇ ਦੇਣ ਵਾਲਾ ਹੈ, ਪਰ ਇਸ ਅਪਰਾਧ ਦੇ ਨਾਲ ਤਾਂ ਸਾਰੀ ਜ਼ਿੰਦਗੀ ਹੀ ਤਿਲ ਤਿਲ ਕੱਟ ਕੇ ਮਰਨ ਵਾਲੀ ਗੱਲ ਹੋ ਜਾਂਦੀ ਹੈ। ਇਸ ਵਿਸ਼ੇ ਦੇ ਉੱਤੇ ਅਸੀਂ ਤੁਹਾਡੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਹੋਇਆਂ ਤੁਹਾਡੇ ਵਿਚਾਰਾਂ ਨੂੰ ਜ਼ਰੂਰ ਸੱਦਾ ਦੇਵਾਂਗੇ, ਕਿਉਂਕਿ ਭਾਰਤ ਦੀ ਇੱਕ ਐਸੀ ਲੜਕੀ ਜਿਸ ਦੇ ਉੱਤੇ ਤੇਜ਼ਾਬ ਸੁੱਟ ਕੇ ਉਸ ਦੇ ਚਿਹਰੇ ਨੂੰ ਬਿਲਕੁਲ ਡਿਸਫਿਗਰ ਕਰ ਦਿੱਤਾ ਗਿਆ ਸੀ, ਪਰ ਉਸਨੇ ਹਿੰਮਤ ਰੱਖੀ, ਲੜਾਈ ਲੜੀ, ਸੁਪਰੀਮ ਕੋਰਟ ਦੇ ਵਿੱਚ ਗਈ ਔਰ ਹੁਣ ਫਸਟ ਲੇਡੀ USA ਦੀ ਮਿਸ਼ੇਲ ਓਬਾਮਾ ਨੇ ਉਸ ਨੂੰ ਬਹਾਦਰੀ ਦੇ ਐਵਾਰਡ ਦੇ ਨਾਲ ਸਨਮਾਨਿਤ ਕੀਤਾ ਹੈ। ਉਸ ਦੇ ਬਾਰੇ ਗੱਲ ਕਰਾਂਗੇ ਔਰ ਇਹ ਮਸਲਾ ਕਿੰਨਾ ਕੁ ਗੰਭੀਰ ਹੈ। ਜ਼ਰੂਰ ਜਿਹੜੇ ਇੱਥੇ ਬੈਠੇ ਹੈ ਆਪਣੇ ਵਤਨ ਤੋਂ ਦੂਰ, ਇਸ ਨੂੰ ਵੀ ਕਦੀ ਸੋਚੋ। ਕੇਵਲ ਅਸੀਂ ਆਪਣੀ ਪਿੱਠ ਨਾ ਥਪਥਪਾਈ ਜਾਈਏ, ਅਸੀਂ ਆਪਣੇ ਸੋਹਿਲੇ ਗਾਈ ਜਾਈਏ ਔਰ ਆਪਣੇ ਉਸ ਵਤਨ 'ਤੇ ਮਾਣ ਕਰੀਏ। ਮਾਣ ਜ਼ਰੂਰ ਕਰੀਏ, ਪਰ ਜੇ ਕੋਈ ਐਸੀਆਂ ਘਟਨਾਵਾਂ ਹੈ ਉਹਨਾਂ ਨੂੰ ਰੋਕਣ ਦਾ ਵੀ ਬਾਨਣੋਂ ਬਣੀਏ, ਘੱਟੋ ਘੱਟ ਇਸ ਚੀਜ਼ ਨੂੰ ਉਜਾਗਰ ਜ਼ਰੂਰ ਕਰੀਏ। ਸੋ ਇਸ ਦੇ ਉੱਤੇ ਅਸੀਂ ਤੁਹਾਡੇ ਨਾਲ ਥੋੜ੍ਹੀ ਦੇਰੀ ਦੇ ਵਿੱਚ ਗੱਲਬਾਤ ਕਰਾਂਗੇ, ਜਿਹੜਾ ਕਿ ਬਹੁਤ ਹੀ ਗੰਭੀਰ ਹੈ, ਚਿੰਤਾਜਨਕ ਹੈ ਔਰ ਚਿੰਤਾਤੁਰ ਕਰਨ ਵਾਲਾ ਵੀ ਹੈ। ਹੁਣ ਕੁਝ ਸੁਰਖੀਆਂ ਦੇ ਨਾਲ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ। ਸਭ ਤੋਂ ਪਹਿਲੀ ਸੁਰਖੀ, ਸ਼ਾਇਦ ਇਹ ਦੇਸ਼ ਉਹ ਹੈ ਜਿਹੜਾ ਸਮੇਂ-ਸਮੇਂ ਭਾਵੇਂ ਅਕਿਰਤ ਕਣ ਵੀ ਕਿਉਂ ਨਾ ਹੋਣ, ਭਾਵੇਂ ਪਾਪੀ ਵੀ ਕਿਉਂ ਨਾ ਹੋਣ, ਉਹਨਾਂ ਨੂੰ ਸਨਮਾਨਦਾ ਹੈ। ਕਵੀ ਸੰਤੋਖ ਸਿੰਘ ਜੀ ਨੇ ਕਿਹਾ ਸੀ,
जो नर पर उपकार करन ते तिनको होत सहाय खुदाए। जगदीश टाइटलर वर्गे, सज्जन कुमार वर्गे ਅਤੇ ਹੋਰ ਜਿਹੜੇ ਸ਼ਰੇਆਮ ਕਾਤਲ ਹਨ, ਜਿਨ੍ਹਾਂ ਦੇ ਉੱਤੇ ਦੋਸ਼ ਹਨ, ਜਿਨ੍ਹਾਂ ਦੇ ਸਿਰਾਂ ਦੇ ਉੱਤੇ ਬੇਗੁਨਾਹਾਂ ਦੇ ਕਤਲਾਂ ਦੇ ਦੋਸ਼ ਹਨ, ਉਹਨਾਂ ਨੂੰ ਮੁੜ ਮੁੜ ਕੇ ਸਨਮਾਨਿਤ ਕੀਤਾ ਜਾਂਦਾ ਹੈ। ਇਸ ਵਾਰ ਵੀ ਆ ਰਹੀਆਂ ਚੋਣਾਂ ਦੇ ਵਿੱਚ ਪ੍ਰਾਇਮਰੀ ਦੇ ਵਿੱਚ ਜਗਦੀਸ਼ ਟਾਈਟਲਰ, ਜਿਸ ਦੇ ਉੱਤੇ ਹਰ ਅਦਾਲਤ ਦੇ ਵਿੱਚ ਉੱਤੇ ਤੱਕ ਉਹਦੇ ਉੱਤੇ ਮੁਕੱਦਮੇ ਚੱਲ ਰਹੇ ਹਨ, ਜਿਹਦੇ ਬਾਰੇ ਗਵਾਹੀਆਂ ਹਨ, ਸਭ ਕੁਛ ਹੈ, ਪਰ ਉਸ ਦੀ ਦੀਦਾ ਦਲੇਰੀ ਔਰ ਹਿੰਮਤ ਹੈ ਕਿ ਫਿਰ ਵੀ ਉਸਨੇ ਕਾਂਗਰਸ ਦੀ ਟਿਕਟ ਲੈਣ ਦੇ ਲਈ ਪ੍ਰਾਇਮਰੀ ਦੇ ਵਿੱਚ ਆਪਣਾ ਨਾਂ ਦਰਜ ਕਰਾਇਆ ਔਰ ਉਸ ਦੇ ਮੁਕਾਬਲੇ ਤੇ ਉਸ ਦੀ ਆਪਣੀ ਪਾਰਟੀ ਦਾ ਹੀ ਸਿਟਿੰਗ MP JP ਅਗਰਵਾਲ ਸੀ, ਜਿਸ ਚੀਜ਼ ਦੇ ਉੱਤੇ ਜਦੋਂ ਇਹ ਨਾਮ ਸਾਹਮਣੇ ਆਇਆ ਕਾਫੀ ਲੋਕਾਂ ਦੇ ਇਤਰਾਜ਼ ਆਏ ਔਰ ਕੁਦਰਤੀ ਤੌਰ ਦੇ ਉੱਤੇ ਇਸ ਗੱਲ ਨੂੰ ਇੱਕ ਭੜਕਾਹਟ ਪੈਦਾ ਕਰਨ ਵਾਲੀ ਕਾਰਵਾਈ ਮੰਨਿਆ ਗਿਆ। ਹੁਣ ਜਗਦੀਸ਼ ਟਾਈਟਲਰ ਨੂੰ ਸਮਝ ਆਈ ਜਾਂ ਹਾਲਾਤ ਦੇਖਦਿਆਂ ਹੋਇਆਂ ਉਸਨੇ ਖੁਦ ਹੀ ਆਪਣਾ ਨਾਮ ਉਸ 'ਚੋਂ ਵਾਪਸ ਲੈ ਲਿਆ ਔਰ ਹੋਰ ਕੁਝ ਹੋਏ ਨਾ ਹੋਏ ਕਾਂਗਰਸ ਨੂੰ ਉਸਨੇ ਇੱਕ ਬਹੁਤ ਵੱਡੀ ਨਮੋਸ਼ੀ ਦੇ ਨਾਲੋਂ ਬਚਾ ਲਿਆ ਹੈ। ਨਹੀਂ ਤਾਂ ਕਾਂਗਰਸ ਲਈ ਵੀ ਇੱਕ ਬਹੁਤ ਵੱਡੀ ਨਮੋਸ਼ੀ, ਇੱਕ ਐਂਬੈਰਸਮੈਂਟ ਸੀ, ਜਿਸ ਤੋਂ ਕਾਂਗਰਸ ਬਚ ਗਈ ਹੈ। ਜਗਦੀਸ਼ ਟਾਈਟਲਰ ਨੇ ਕਾਂਗਰਸ ਦੇ ਉੱਤੇ ਇੱਕ ਬਹੁਤ ਵੱਡਾ ਅਹਿਸਾਨ ਕੀਤਾ ਔਰ ਪਰਉਪਕਾਰ ਕੀਤਾ। ਦੂਸਰੀ ਸੁਰਖੀ ਸਿੱਖ ਕਿਸਾਨ। ਸਿੱਖ ਜਿਸ ਜਗ੍ਹਾ ਦੇ ਉੱਤੇ ਵੀ ਗਏ, ਉਹਨਾਂ ਨੇ ਆਪਣੇ ਪਸੀਨੇ ਨਾਲ ਹੀ ਨਹੀਂ ਬਲਕਿ ਆਪਣੇ ਖੂਨ ਦੇ ਨਾਲ ਧਰਤੀ ਨੂੰ ਸਿੰਜਿਆ, ਖੂਨ ਪਸੀਨਾ ਇੱਕ ਕੀਤਾ। ਉਹ ਭਿਆਨਕ ਜੰਗਲ ਇਲਾਕਿਆਂ ਨੂੰ ਜ਼ਰਖੇਜ਼ ਬਣਾਇਆ, ਉਹਨਾਂ ਨੂੰ ਉਪਜਾਊ ਬਣਾਇਆ ਔਰ ਉਹਨਾਂ ਨੂੰ ਆਬਾਦ ਕੀਤਾ। ਭਾਵੇਂ ਉਹ ਤਰਾਈ ਦਾ ਇਲਾਕਾ ਹੋਏ, ਭਾਵੇਂ ਉਹ ਹਰਿਆਣੇ ਦੇ ਇਲਾਕੇ ਹੋਣ, ਭਾਵੇਂ ਉਹ ਕੱਛ ਦੇ ਇਲਾਕੇ ਹੋਣ, ਪਰ ਜਦੋਂ ਇਹ ਜ਼ਮੀਨਾਂ ਜ਼ਰਖੇਜ਼ ਹੋ ਜਾਂਦੀਆਂ ਹਨ ਤਾਂ ਫਿਰ ਸਥਾਨਕ ਸਰਕਾਰਾਂ ਉਹ ਨਹੀਂ ਚਾਹੁੰਦੀਆਂ ਕਿ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਇੱਥੇ ਆਬਾਦ ਕੀਤਾ ਜਾਏ। ਤਰਾਈ ਦੇ ਵਿੱਚੋਂ ਵੀ ਸਿੱਖਾਂ ਨੂੰ ਉਜਾੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਖੈਰ ਉਹ ਗੱਲਾਂ ਪੁਰਾਣੀਆਂ ਹੋ ਗਈਆਂ। ਹੁਣ ਮਾਮਲਾ ਗੁਜਰਾਤ ਦੇ ਸਿੱਖਾਂ ਦਾ ਸੀ। ਕੱਛ ਦੇ ਇਲਾਕੇ ਦੇ ਵਿੱਚ ਜਿਨ੍ਹਾਂ ਸਿੱਖਾਂ ਨੂੰ ਜ਼ਮੀਨਾਂ ਦਿੱਤੀਆਂ ਗਈਆਂ ਸੀ ਔਰ ਪ੍ਰਧਾਨ ਮੰਤਰੀ ਦੇ ਕਹਿਣ ਦੇ ਉੱਤੇ, ਤਤਕਾਲੀਨ ਪ੍ਰਧਾਨ ਮੰਤਰੀ ਦੇ ਕਹਿਣ ਦੇ ਉੱਤੇ ਦਿੱਤੀਆਂ ਗਈਆਂ ਸੀ, ਹੁਣ ਗੁਜਰਾਤ ਸਰਕਾਰ ਨੇ ਉਹਨਾਂ ਨੂੰ ਉਜਾੜਨ ਦੇ ਲਈ ਸਾਰੇ ਪ੍ਰੋਗਰਾਮ ਉਲੀਕੇ, ਆਰਡਰ ਪਾਸ ਕਰ ਦਿੱਤੇ ਕਿ ਇਹਨਾਂ ਨੂੰ ਇੱਥੇ ਰਹਿਣ ਦਾ ਕੋਈ ਹੱਕ ਨਹੀਂ। ਹਾਲਾਂਕਿ ਇਹ ਜ਼ਮੀਨਾਂ ਉਹਨਾਂ ਸਿੱਖ ਕਿਸਾਨਾਂ ਨੂੰ 1965 ਦੀ ਹਿੰਦ ਪਾਕ ਜੰਗ ਦੇ ਬਾਅਦ ਉਸ ਵੇਲੇ ਦੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਸੱਦੇ ਦੇ ਉੱਤੇ ਇਹਨਾਂ ਨੂੰ ਇਹ ਜ਼ਮੀਨਾਂ ਦਿੱਤੀਆਂ ਗਈਆਂ ਸੀ। ਪਰ ਹੁਣ ਫਿਰ ਇੱਕ ਵਾਰ ਉਹਨਾਂ ਨੇ, ਗੁਜਰਾਤ ਸਰਕਾਰ ਨੇ ਆਪਣੇ ਪਿਟਾਰੇ ਦੇ ਵਿੱਚੋਂ 1948 ਦਾ ਇੱਕ ਕੋਈ ਪੁਰਾਣਾ ਐਕਟ ਕੱਢਿਆ, ਜਿਸ ਦੇ ਵਿੱਚ ਜੋ ਕਿ ਬੰਬੇ ਟੈਨੈਂਸੀ ਐਂਡ ਐਗਰੀਕਲਚਰ ਲੈਂਡ ਐਕਟ 1948 ਦਾ ਸੀ। ਜਿਹੜਾ ਬੰਬੇ ਦਾ ਐਕਟ ਸੀ ਉਸ ਨੂੰ ਗੁਜਰਾਤ ਤੇ ਲਾਗੂ ਕੀਤਾ ਗਿਆ ਔਰ ਇਹ ਕਿਹਾ ਗਿਆ ਕਿ ਨਾਨ ਗੁਜਰਾਤੀ ਕਿਸਾਨ ਇੱਥੇ ਨਹੀਂ ਰਹਿ ਸਕਦੇ। ਸ਼ਾਇਦ ਉਹ ਸਿੱਖਾਂ ਦੇ ਕੋਲੋਂ ਗੁਜਰਾਤ ਦੀ ਸਿਟੀਜ਼ਨਸ਼ਿਪ ਮੰਗ ਰਹੇ ਸੀ ਜਾਂ ਉਹਨਾਂ ਦਾ ਵੀਜ਼ਾ ਮੰਗ ਰਹੇ ਸੀ। ਗੁਜਰਾਤ ਹਾਈ ਕੋਰਟ ਦੇ ਵਿੱਚ ਇਹ ਮਾਮਲਾ ਗਿਆ। ਗੁਜਰਾਤ ਹਾਈ ਕੋਰਟ ਨੇ ਉਹਨਾਂ ਸਿੱਖ ਕਿਸਾਨਾਂ ਨੂੰ ਰਿਲੀਫ ਦੇ ਦਿੱਤੀ ਔਰ ਗੁਜਰਾਤ ਸਰਕਾਰ ਦਾ ਉਹ ਆਰਡਰ ਰੱਦ ਕਰ ਦਿੱਤਾ। ਪਰ ਹੁਣ ਬਜਾਏ ਇਸ ਗੱਲ ਨੂੰ ਮੰਨ ਲੈਣ ਦੇ, ਸ਼੍ਰੀ ਨਰਿੰਦਰ ਮੋਦੀ ਜਿਹੜੇ ਕਿ ਅਕਾਲੀ ਦਲ ਦੇ ਭਾਈਵਾਲ ਹਨ, ਉਹਨਾਂ ਨੇ ਗੁਜਰਾਤ ਸਰਕਾਰ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਗੁਜਰਾਤ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ SLP ਫਾਈਲ ਕਰ ਦਿੱਤੀ ਔਰ ਉੱਚ ਕੋਟੀ ਦੇ ਵਕੀਲ ਉਹਨਾਂ ਨੇ ਉੱਥੇ ਲਗਾਏ ਤਾਂ ਕਿ ਗੁਜਰਾਤ ਹਾਈ ਕੋਰਟ ਦੇ
उस फैसले नूं उल्टा दिता जाए। दूसरे पासे केवल ਜ਼ਬਾਨੀ कलामी श्री नरेंद्र मोदी जदों पंजाब जाते हैं तो उत्थे भी जाके ये गल कहते हैं किसी नूं उजाड़िया नहीं जाएगा, किसी नूं कुछ नहीं किया जाएगा। पर सवाल है कि जिहड़ी SLP फाइल गुजरात सरकार ने की है, अगर सुप्रीम कोर्ट गुजरात की SLP नूं मन लैंदे है तो किवें उन्हां नूं रोकिया जाएगा। दरअसल एक बहुत ही गंभीर और ख़तरनाक हालत उत्थे दे किसानां दी सी। पर कल अपने गुजरात दे सफ़र दे दूसरे दिन अरविंद केजरीवाल, जिन्हां ने केवल कुछ समय दे दिल्ली दे शासन काल दे विच ही SIT वर्गियां चीज़ां दित्तियां, 1984 दे कतलेआम दी छाणबीन करन दे हुक्म दिते, ਉਹਦੇ ਨਾਲ ही होर भी सिख मसलियां नूं हल करन दे न केवल बयान ही दिते बल्कि उस वल ठोस कार्रवाई भी की। हुण केजरीवाल खुद उत्थे गए हैं और उन्हां किसानां नूं जाके उन्होंने खुद उन्हां नाल मुलाकात की और नाल ही भारतीय जनता पार्टी दे एक बागी आगू कानू कलसरिया दे नाल उत्थे गए और उन्हां दे नाल जाके उन्होंने पूरी तरह उन्हां सिख किसानां दी जिहड़े अबदासा ब्लॉक कच्छ दे विच हन और उन्होंने कहा कि गुजरात सरकार बिल्कुल नहीं चाहती कि तुहाडे कोल ये ज़मीन रहे। अगर ये चाहती हुंदी तो गुजरात सरकार कदे भी सीनियर एडवोकेट अपनी तरफों गुजरात सरकार वालों ना करती। सो केजरीवाल ने उन्होंने यकीन दिवाया कि जिथे तक हो सकेगा वो हर हालत दे विच तुहाडी पूरी मदद करनगे और कोई कारण नहीं कि उन्हां दी गलबात और उन्हां दे यकीन दहानी दे विच अमल और गलबात दे विच कोई फर्क आए। तीसरी छोटी जी सुर्खी है, पंजाब सरकार ने इंडियन टबैको कंपनी जिहड़ी कि बहुत वड्डी कंपनी है, उन्होंने पंजाब सरकार ने इस इंडियन टबैको कंपनी नूं कपूरथला दे विच 62 एकड़ दी ज़मीन दिती है ताकि उत्थे वो फूड प्रोसैसिंग यूनिट लगा सकन और जिहड़ी कि उन्हां दा कहना है कि इस दे नाल इंडियन टबैको कंपनी 700 करोड़ दा निवेश करेगी और लगाएगी ताकि फूड प्रोडक्ट्स उत्थे बनाए जा सकन। अखीर दे विच एक होर छोटी जी सुर्खी है कि चोणां दियां तरीखां मुकर्रर कर दित्तियां गईयां पंजाब दे विच भी, पर जिहड़े उत्थे दे किसान आगू है और होर संस्थावां है वो इस गल दे उत्ते चिंतित हन कि ये तरीखां उन्हां वाढी दे समय दियां हन जदों फसलां दी कटाई हुंदी है, हारवैसटिंग सीजन दा है और इस दौरान ये चोणां दा होना विघन पाएगा दोनों पासियों, किसानां नूं भी अते वैसे भी। सो ये हन कुछ सुर्खियां। तुसी इन्हां चारां दे उत्ते जरूर अपनियां टिप्पणियां दे सकते हो कि गुजरात सरकार दे वल्लों जिहड़ा सुप्रीम कोर्ट दे विच SLP कीती और केजरीवाल वल्लों उन्हां किसानां नूं यकीन दिवाना, इंडियन टबैको कंपनी वल्लों पंजाब सरकार वल्लों उन्हां नूं ज़मीन अलॉट करनी और तरीखां जिहड़ियां हन वो उन्हां दे विच विघन पैना और अखीर दे विच जिहड़ी सब तो पहली असी सुर्खी तुहाडे नाल डिस्कस कीती है कि जगदीश टाइटलर दा उस मैदान दे विचों अपना चोण मैदान विचों अपना नाम वापस लेना, इसका की असर पेगा। समा है एक वक्फे का, वक्फे के बाद असी तुहाडे नाल जुड़ांगे और जिहड़ा दिल कंबाऊ वो हादसे जिहड़े हिंदुस्तान विच और पंजाब दे विच वापर रहे हैं उन्हां दे बारे तुहाडे नाल गलबात करांगे। तुसी बने रहो और अपने जरूर विचार सानू देण दी किरपा करनी। एक वक्फा। Farm Fresh Produce and Grocery,
Grand opening 27 फरवरी ਨੂੰ। Now fresh fruits, vegetables, spices, dairy products and grocery in competitive price ਤੇ whole new range ਤੁਹਾਡੀਆਂ daily needs ਲਈ। ਅੱਜ ਹੀ visit ਕਰੋ best offers ਲਈ। Farm Fresh, 10102 116th Street, Richmond Hill, New York, 11419. Call 718-577-0022. Are you in deportation? Do you have a complex immigration matter? Has your immigration case been denied? For all your complex immigration matters, including family-based immigration, employment-based immigration, deportation, citizenships, battered spouses, call Gahey and Associates at 718-263-5999 for a free initial consultation. Over the years, we've helped many people in getting the green cards. Would you like to have your green card? Call Gahey and Associates now. China Jewelers, Sacramento, California. ਇੱਥੇ available ਹੈ 22 कैरेट gold jewelry ਤੇ gold coins। ਅਸੀਂ ਕਰਦੇ ਹਾਂ gold coins ਦੀ shipping ਪੂਰੇ USA ਵਿੱਚ। Exclusive variety bridal sets ਤੇ bangles ਵਿੱਚ। Customers ਦੀ ਤਸੱਲੀ ਲਈ gold purity check ਕਰਨ ਲਈ computerized machine। ਅਸੀਂ ਪੇ ਕਰਦੇ ਹਾਂ top dollars। ਤੁਸੀਂ ਆਪਣੀ jewelry ਗਹਿਣੇ ਵੀ ਰੱਖ ਸਕਦੇ ਹੋ। Loan for gold, ਆਪਣਾ ਸੋਨਾ ਰੱਖੋ ਤੇ ਲੈ ਜਾਓ cash। For any inquiry, call Inderjeet Singh ਜਾਂ visit ਕਰੋ China Jewelers। मिराज बैंकेट हॉल एंड रेस्टोरेंट। वेडिंग होवे या बर्थडे पार्टी, मिराज है परफेक्ट हर सेलिब्रेशन ਲਈ। मिराज इंडियन क्यूजिन विद प्रॉपर सिटिंग फैसिलिटी। विजिटर्स ਲਈ प्राइवेट पार्किंग फैसिलिटी भी अवेलेबल है। Tax Raja. We are tax planners, not just tax preparers. Tax Raja ਕੋਲ ਤਜਰਬੇਕਾਰ CPAs, tax planners ਅਤੇ tax preparers ਹਨ। ਅਸੀਂ individual ਤੇ business tax returns, income tax filing, bookkeeping, payroll, financial statement, free e-file, free tax advice, free review ਤੇ IRS representation ਕਰਦੇ ਹਾਂ। ਜਲਦੀ tax file ਕਰੋ ਅਤੇ ਜਲਦੀ ਹੀ refund ਪਾਓ। Taxi, limousine, construction ਵੀਰਾਂ ਲਈ ਅਤੇ ਨਾਲ ਹੀ ਨਾਲ self employed ਲਈ special price. We have multiple locations. ਅੱਜ ਹੀ ਕਾਲ ਕਰੋ 718-880-1992. Preet Furniture of Punjab Nawa Shahar proudly announces their brand new showroom. Come and see variety of furniture for living room, dining room, bedroom, kids room, office furniture and more. Buy ready-made or custom-made, Preet Furniture can do it all. ਤੇ ਆਪਣੀ ਪਸੰਦ ਦਾ ਫਰਨੀਚਰ ਖਰੀਦੋ। ਬਲਿੰਦਰ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 718-849-4530 or 917-774-8566. Preet Furniture. टैक्स प्रॉब्लम? नो प्रॉब्लम। ਕੰਪਿਊਟੈਕਸ ਆਈਐਨਸੀ ਆਓ ਤੇ ਆਪਣੇ ਟੈਕਸਾਂ ਦਾ ਮਸਲਾ ਸੁਲਝਾਓ। ਕੰਪਿਊਟੈਕਸ ਆਈਐਨਸੀ ਬਿਜ਼ਨਸ ਅਤੇ ਪਰਸਨਲ ਇਨਕਮ ਟੈਕਸ। ਅਸੀਂ ਪੇਰੋਲ ਐਂਡ ਸਰਟੀਫਾਈਡ ਪੇਰੋਲ ਟੈਕਸਸ, MTA ਟੈਕਸਸ, ਵਰਕਰਸ ਕੰਪਨਸੇਸ਼ਨ, ਬੁੱਕ ਕੀਪਿੰਗ ਆਦਿ ਵੀ ਕਰਦੇ ਹਾਂ। ਕੰਪਿਊਟੈਕਸ ਆਈਐਨਸੀ ਹਰ ਵੇਲੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ। 20 ਸਾਲਾਂ ਦਾ ਤਜਰਬਾ। We cover all 50 states. ਅਸੀਂ ਪੰਜਾਬੀ, ਉਰਦੂ ਅਤੇ ਹੋਰ ਵੀ ਭਾਸ਼ਾ ਬੋਲਦੇ ਹਾਂ। ਵਧੇਰੀ ਜਾਣਕਾਰੀ ਲਈ ਸਾਨੂੰ ਕੰਟੈਕਟ ਕਰੋ 718-371-5555, 718-426-5695। मैं गुरदीप सिंह संधू तुहाडा होम्योपैथिक कंसलटेंट पिछले 26 साल होम्योपैथिक मैडिकल कॉलेजां में पढ़ाने तो बाद 17 सालों तो बे एरिए में थोड़ी सेवा कर रहा हाँ होम्योपैथिक मैडिसिन ते ट्रीटमेंट दे राहीं। बेसिक तौर पर हर आदमी नूं जाननियां बड़ियां जरूरी ने कि हर बीमारी दी शुरुआत सब तो पहला एहसास तो हुंदी है। तुसीं हर बीमारी दे संबंध विच इह गल्लां जान सको कि की हो सकदा है, उहदे पिछे कारण की हो सकदे ने
ਔਰ ਉਹਨਾਂ ਦਾ ਨਿਵਾਰਨ ਕਿਵੇਂ ਹੋ ਸਕਦਾ ਸੌਖੇ ਤਰੀਕੇ ਦੇ ਨਾਲ, ਤਾਂ ਕਿ ਉਹ ਭਿਆਨਕ ਰੂਪ ਧਾਰਨ ਕਰਨ ਤੋਂ ਪਹਿਲਾਂ ਹੀ ਛੇਤੀ ਤੋਂ ਛੇਤੀ ਉਹ ਠੀਕ ਹੋ ਸਕੇ। ਮੈਂ ਗੁਰਦੀਪ ਸਿੰਘ ਸੰਧੂ, ਤੁਹਾਡਾ ਹੋਮਿਓਪੈਥਿਕ ਕੰਸਲਟੈਂਟ, 1192 ਈਸਟ ਸੈਂਟਾ ਕਲਾਰਾ ਸਟਰੀਟ, ਸਨੋਜ਼ੇ ਦੇ ਉੱਪਰ। ਮੇਰਾ ਫੋਨ ਨੰਬਰ 4086871899। दिल्ली सिख गुरुद्वारा प्रबंधक कमेटी एक ऐसा अनगौलिया इतिहास संगतां दे सामने लिया रही है कि ਜਿਹੜਾ 1783 ਦੇ ਵਿੱਚ ਬਾਬਾ ਬਗੇਲ ਸਿੰਘ, ਜੱਸਾ ਸਿੰਘ ਰਾਮਗੜੀਆ, ਜੱਸਾ ਸਿੰਘ ਆਲੂਵਾਲੀਆ ਅਤੇ ਹੋਰ ਜਰਨੈਲਾਂ ਨੇ ਦਿੱਲੀ ਫਤਿਹ ਕੀਤੀ ਸੀ ਔਰ ਲਾਲ ਕਿਲੇ ਦੇ ਉੱਤੇ ਖਾਲਸਾਈ ਨਿਸ਼ਾਨ ਝੁਲਾਇਆ ਸੀਗਾ। 8 ਤਰੀਕ ਨੂੰ ਉੱਥੇ ਕੀਰਤਨ ਦਰਬਾਰ ਉਹਨਾਂ ਮੈਦਾਨਾਂ 'ਚ ਜਿੱਥੇ ਲਾਲ ਕਿਲੇ ਦੇ ਅੱਗੇ 15 ਅਗਸਤ ਮਨਾਈ ਜਾਂਦੀ ਹੈ, 7 ਵਜੇ ਤੋਂ ਲੈ ਕੇ ਰਾਤੀ 11 ਵਜੇ ਤੱਕ, ਔਰ 9 ਤਰੀਕ ਨੂੰ ਇੱਕ ਜਰਨੈਲੀ ਮਾਰਚ ਲਾਲ ਕਿਲੇ ਪਹੁੰਚੇਗਾ ਸ਼ਾਮ ਦੇ 5 ਵਜੇ ਤੱਕ। ਔਰ ਇਸ ਦੇ ਵਿੱਚ ਨਿਹੰਗ ਸਿੰਘ ਜਥੇਬੰਦੀਆਂ, ਸੰਤ ਸਮਾਜ, ਜਥੇਦਾਰ ਸਿੰਘ ਸਾਹਿਬਾਨ, ਤਖਤ ਸਾਹਿਬਾਨ ਦੇ, ਔਰ ਇਸ ਤੋਂ ਇਲਾਵਾ ਆਰਮੀ ਔਰ ਫੌਜੀ ਇਹਦੇ ਵਿੱਚ ਹਿੱਸਾ ਲੈ ਰਹੇ ਨੇ। ਔਰ ਇਹ ਉਸੇ ਤਰੀਕੇ ਨਾਲ ਹੀ ਕੋਸ਼ਿਸ਼ ਕੀਤੀ ਜਾਏਗੀ ਕਿ ਜਿਵੇਂ ਖਾਲਸਾਈ ਫੌਜਾਂ ਜਾਲੋ ਜਲਾਲ ਦੇ ਨਾਲ ਆਉਂਦੀਆਂ ਨੇ, ਉਸੇ ਤਰੀਕੇ ਨਾਲ ਹੀ ਇਹ ਮਾਰਚ ਚੱਲੇਗਾ। ਮੈਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਵਾਂ ਔਰ ਆਮੰਤਰਿਤ ਕਰਦਾ ਵਾਂ ਕਿ ਇਹ ਇਤਿਹਾਸਿਕ ਦਿਨ ਦਾ ਤੁਸੀਂ ਵੀ ਹਿੱਸਾ ਬਣੋ। ਆਪਣੇ ਸੰਬੰਧੀਆਂ ਸਮੇਤ, ਆਪਣੇ ਪਰਿਵਾਰਾਂ ਸਮੇਤ, ਆਪਣੇ ਬੱਚਿਆਂ ਸਮੇਤ ਆਉਣ ਵਾਲੀ ਪਨੀਰੀ ਨੂੰ ਇਸ ਅਣਗੌਲੇ ਇਤਿਹਾਸ ਦਾ ਹਿੱਸਾ ਬਣਾਓ, ਤਾਂ ਕਿ ਗਰਵ ਕਰ ਸਕਣ ਸਾਡੀਆਂ ਆਉਣ ਵਾਲੀਆਂ ਪਨੀਰੀਆਂ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਬਹੁਤ ਹੀ ਨਿੱਘਾ ਸਵਾਗਤ ਹੈ। ਅੱਜ ਇਹ ਪ੍ਰੋਗਰਾਮ ਬਹੁਤ ਹੀ ਭਰੇ ਹੋਏ ਮਨ ਦੇ ਨਾਲ ਔਰ ਬਹੁਤ ਹੀ ਗੰਭੀਰਤਾ ਦੇ ਨਾਲ ਅਸੀਂ ਇਹ ਦੇਣਾ ਚਾਹੁੰਦੇ ਹਾਂ, ਔਰ ਇੱਕ ਐਸਾ ਕਲੰਕ ਜਿਹੜਾ ਕਿ ਕੇਵਲ ਇੱਕ ਛੋਟੀ ਜਿਹੀ ਘਟਨਾ ਕਿਸੇ ਦੇ ਆਪਣੇ ਹਵਸ ਨੂੰ ਪੂਰੀ ਕਰਨ ਲਈ ਜਦੋਂ ਇਸ ਤਰ੍ਹਾਂ ਦੀ ਕੋਈ ਗੱਲ ਕੀਤੀ ਜਾਂਦੀ ਹੈ ਤਾਂ ਜਿਹੜਾ ਵਿਕਟਮ ਹੈ, ਜਿਸ ਦੇ ਉੱਤੇ ਹਮਲਾ ਹੁੰਦਾ ਹੈ, ਉਹ ਕੇਵਲ ਇੱਕ ਕੁਝ ਸਮੇਂ ਲਈ ਨਹੀਂ ਬਲਕਿ ਸਾਰੀ ਜ਼ਿੰਦਗੀ ਦੇ ਲਈ ਉਸ ਦੇ ਉੱਤੇ ਇਸ ਦਾ ਦੁੱਖ, ਇਸ ਦੀ ਤਕਲੀਫ, ਇਸ ਦੀ ਪੀੜਾ ਉਸ ਨੂੰ ਆਪਣੇ ਸਰੀਰ ਦੇ ਉੱਤੇ ਹੰਡਾਣੀ ਪੈਂਦੀ ਹੈ। ਦਰਅਸਲ ਇਨਸਾਨੀਅਤ, ਇਨਸਾਨ ਦੀਆਂ ਫਿਤਰਤ ਕਦੀ ਨਹੀਂ ਬਦਲਦੀਆਂ, ਬਿਲਕੁਲ ਤਬਦੀਲ ਨਹੀਂ ਹੁੰਦੀਆਂ। ਸ਼ਾਇਦ ਇਹ ਜਿਹੜੀਆਂ ਸਿਵਲਾਈਜੇਸ਼ਨ ਦੀਆਂ ਇਹ ਨਿਸ਼ਾਨੀਆਂ ਹਨ ਕਿ ਹਜ਼ਾਰਾਂ ਸਾਲ ਬੀਤਣ ਦੇ ਬਾਅਦ ਵੀ ਉਹ ਜਿਹੜਾ ਪਸ਼ੂਪੁਣਾ ਹੈ ਉਹ ਨਹੀਂ ਨਿਕਲਿਆ। ਬਹੁਤ ਹੀ ਇੱਕ ਸਾਇੰਟਿਸਟ ਸਨ ਸਲੀਮ ਅਲੀ, ਜਿਹੜੇ ਬਰਡ ਵਾਚਰ ਸਨ, ਉਹਨਾਂ ਨੂੰ ਕਿਸੇ ਨੇ ਪੁੱਛਿਆ ਸੀ, ਡੂ ਥੀਸ ਬਰਡਸ ਆਲਸੋ ਹੈਵ ਦ ਫੀਲਿੰਗ ਆਫ ਲਸਟ, ਹੇਟਰਡ, ਐਂਗਰ? ਉਹਨਾਂ ਨੇ ਜਵਾਬ ਦਿੱਤਾ ਸੀ, ਨੋ 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 ਨੋ, ਦੇ ਆਰ ਨਾਟ ਸਿਵਲਾਈਜ਼ਡ ਲਾਈਕ ਅਸ। ਸੋ ਇਹ ਸ਼ਾਇਦ ਸਿਵਲਾਈਜੇਸ਼ਨ ਦੀਆਂ ਨਿਸ਼ਾਨੀਆਂ। ਗੁਰੂ ਨਾਨਕ ਸਾਹਿਬ ਨੇ ਵੀ ਇੱਕ ਗੱਲ ਕਹੀ ਸੀ, ਧਨ ਜੋਬਨ ਦੋਇ ਵੈਰੀ ਹੋਏ, ਜਿਨਹੀ ਰਖੇ ਰੰਗ ਲਾਏ। ਇਹ ਧਨ ਤੇ ਜੋਬਨ ਕਈ ਦਫਾ ਇਨਸਾਨ ਦੇ ਵੈਰੀ ਬਣ ਜਾਂਦੇ ਹਨ। ਪੰਜਾਬ ਦੇ ਵਿੱਚ ਹਰਪ੍ਰੀਤ ਕੌਰ ਦਾ ਕੇਸ ਜਿਹੜਾ ਸੁਰਖੀਆਂ ਦੇ ਵਿੱਚ ਰਿਹਾ, ਔਰ ਉਸ ਦੇ ਬਾਅਦ ਹੁਣ ਇੱਕ ਹੋਰ ਕੇਸ ਇਸ ਤਰ੍ਹਾਂ ਦਾ ਜਿਹੜਾ ਸੁਰਖੀਆਂ 'ਚ ਆਇਆ। ਸੈਂਕੜੇ ਕੇਸ ਹਨ। ਲਕਸ਼ਮੀ ਦਾ ਕੇਸ, ਜਿਸ ਨੂੰ ਐਸਿਡ ਪਾ ਕੇ ਉਸ ਦੇ ਸਾਰੇ ਸਰੀਰ ਨੂੰ ਖਰਾਬ ਕਰ ਦਿੱਤਾ ਗਿਆ, ਪਰ ਉਸ ਦੀ ਹਿੰਮਤ, ਉਸ ਦੀ ਦਲੇਰੀ, ਉਸ ਨੂੰ ਫਸਟ ਲੇਡੀ ਮਿਸ਼ੇਲ ਓਬਾਮਾ ਨੇ ਇੰਟਰਨੈਸ਼ਨਲ ਵੂਮਨ ਕਰੇਜ ਅਵਾਰਡ ਦੇ ਨਾਲ ਉਸ ਨੂੰ ਸਨਮਾਨਿਤ ਕੀਤਾ, ਔਰ ਉਸਨੇ ਕਿਹਾ ਕਿ ਇਹ ਇੱਕ ਬਹਾਦਰੀ ਦੀ ਜ਼ਿੰਦਾ ਮਿਸਾਲ ਹੈ। ਇਸ ਵਿਸ਼ੇ ਤੇ ਗੱਲ ਕਰਨ ਲਈ ਅਸੀਂ ਬੇਨਤੀ ਕੀਤੀ ਇੰਡੀਅਨ ਐਕਸਪ੍ਰੈਸ ਦੇ ਪ੍ਰਿੰਸੀਪਲ ਕੋਰਸਪੋਂਡੈਂਟ, ਸੀਨੀਅਰ ਜਰਨਲਿਸਟ ਅੰਜੂ ਅਗਨੀਹੋਤਰੀ ਚਾਬਾ। ਉਹ ਸਾਡੇ ਨਾਲ ਲਾਈਨ ਤੇ ਜੁੜੇ ਹਨ ਔਰ ਉਹਨਾਂ ਦੇ ਨਾਲ ਇਸ ਦੇ ਬਾਰੇ ਜਾਣਕਾਰੀ ਲਵਾਂਗੇ। ਅੰਜੂ ਜੀ, ਗੈਟ ਪੰਜਾਬੀ ਰਾਹੀਂ ਅਮਰੀਕਾ ਤੇ ਕੈਨੇਡਾ ਦੇ ਦਰਸ਼ਕਾਂ ਦੇ ਰੂਬਰੂ ਹੋਣ ਲਈ ਤੁਹਾਡਾ ਨਿੱਘਾ ਸਵਾਗਤ ਹੈ। ਜੀ ਆਇਆਂ ਨੂੰ। ਥੈਂਕ ਯੂ ਵੈਰੀ ਮਚ ਜੀ। ਜੀ ਅੰਜੂ ਜੀ, ਇਹ
ਇਹ ਕੀ ਹੈ ਕਿ ਇਹ ਜਿਹੜਾ ਐਸਿਡ ਅਟੈਕਸ ਬਾਰ-ਬਾਰ ਹੁੰਦੇ ਹੈ, ਹੋ ਰਹੇ ਹੈ, ਇਹ ਘਟਨਾਵਾਂ ਰੁਕ ਨਹੀਂ ਰਹੀਆਂ ਬਲਕਿ ਵੱਧ ਰਹੀਆਂ ਹੈ। ਇਹ ਕਿਸ ਕਿਸਮ ਦੀ ਵਾਇਲੈਂਸ ਹੈ? ਇਹ ਰੀਸੈਂਟ ਡਿਵੈਲਪਮੈਂਟ ਹੈ ਕਿਉਂਕਿ ਪਹਿਲੇ ਨਹੀਂ ਸੀ ਸੁਣਿਆ, ਤੇ ਇਸ ਦੇ ਬਾਰੇ ਕੁਝ ਜਾਣਕਾਰੀ ਦਿਓਗੇ? ਤੇ ਕੀ ਸਰਕਾਰ ਵੱਲੋਂ, ਸਮਾਜ ਵੱਲੋਂ, ਸਮਾਜਿਕ ਸੰਸਥਾਵਾਂ ਵੱਲੋਂ ਜਾਂ ਬੁੱਧੀਜੀਵੀ ਵਰਗ ਵੱਲੋਂ ਇਸ ਦੇ ਬਾਰੇ ਇੱਕ ਕਿਸਮ ਦੀ ਬੜੀ ਹੀ ਪੀੜੀ ਚੁੱਪ ਕਿਉਂ ਧਾਰੀ ਹੋਈ ਹੈ? ਇਹ ਜਿਹੜਾ ਐਸਿਡ ਅਟੈਕ ਹੈਗਾ ਇਹ ਕੋਈ ਰੀਸੈਂਟ ਡਿਵੈਲਪਮੈਂਟ ਨਹੀਂ ਹੈ ਜੀ। ਪਿਛਲੇ ਤਕਰੀਬਨ 10-11 ਸਾਲ ਤੋਂ ਇਹ ਕਾਫੀ ਸਾਰੀ ਇਸ ਤਰ੍ਹਾਂ ਦੀਆਂ ਘਟਨਾਵਾਂ ਰਿਪੋਰਟ ਹੋ ਰਹੀਆਂ ਮੀਡੀਆ ਦੇ ਵਿੱਚ ਵੀ ਜੀ। ਤੇ ਜਿਹੜੀ ਲక్ష్ਮੀ ਹੈ ਜਿਹਨੂੰ ਕਿ ਹੁਣ ਫਰਸਟ ਲੇਡੀ ਆਫ ਯੂਐਸ ਨੇ ਅਵਾਰਡ ਵੀ ਦਿੱਤਾ ਹੈਗਾ, ਉਹਦੇ ਨਾਲ ਵੀ ਇਹ ਘਟਨਾ 2005 ਦੇ ਵਿੱਚ ਹੋਈ ਸੀ, ਤਕਰੀਬਨ ਅੱਜ ਤੋਂ 8-9 ਸਾਲ ਪਹਿਲੇ। ਮੈਂ ਅੰਜੂ ਜੀ ਉਹਨਾਂ ਦੀਆਂ ਤਸਵੀਰਾਂ ਵੀ ਨਾਲ ਦਿਖਾਣੀਆਂ ਚਾਹਾਂਗਾ ਜਿਹੜੀਆਂ ਲక్ష్ਮੀ ਦੀਆਂ ਤੇ ਹੋਰ ਜਿਹੜੇ ਐਸੇ ਵਿਕਟਮਸ ਹੈ ਜਿਉਂ ਤੁਸੀਂ ਦੱਸ ਰਹੇ ਹੋ, ਤੇ ਨਾਲ ਅਸੀਂ ਚਾਹਾਂਗੇ ਕਿ ਮੇਰੀ ਵੀ ਤਸਵੀਰ ਹਟਾ ਕੇ ਪੂਰੇ ਤੇ ਲక్ష్ਮੀ ਦੇ ਨਾਲ ਵੀ ਇਹ ਘਟਨਾ 2005 ਦੇ ਵਿੱਚ ਹੋਈ। ਲక్ష్ਮੀ ਤੋਂ ਪਹਿਲੇ ਵੀ ਬਹੁਤ ਸਾਰੀ ਲੜਕੀਆਂ ਦੇ ਨਾਲ ਇਹ ਘਟਨਾਵਾਂ ਹੁੰਦੀਆਂ ਰਹੀਆਂ। ਹਾਲਾਂਕਿ ਕੋਈ ਅਫੀਸ਼ੀਅਲ ਡਾਟਾ ਨਹੀਂ ਹੈਗਾ, ਬਟ ਅਕੋਰਡਿੰਗ ਟੂ ਅਨਅਫੀਸ਼ੀਅਲ ਡਾਟਾ ਤਕਰੀਬਨ ਇੰਡੀਆ ਦੇ ਵਿੱਚ 1000 ਐਸਿਡ ਅਟੈਕ ਦੇ ਕੇਸ ਐਨੂਅਲੀ ਹੁੰਦੇ ਆ। ਜੀ ਜੀ ਜੀ। ਤੇ ਇਹ ਬਹੁਤ ਹੀ ਸ਼ਰਮਨਾਕ ਗੱਲ ਵੀ ਹੈਗੀ ਹੈ। ਲੇਕਿਨ ਲక్ష్ਮੀ ਇੱਕ ਉਹ ਲੜਕੀ ਸੀਗੀ ਜਿਹਨੇ ਕਿ ਐਸਿਡ ਅਟੈਕ ਤੋਂ ਬਾਅਦ ਬਾਕੀ ਲੜਕੀਆਂ ਵਾਂਗ ਆਪਣੇ ਆਪ ਨੂੰ ਛੁਪਾਇਆ ਨਹੀਂ, ਆਪਣੇ ਘਰ 'ਚ ਨਹੀਂ ਬੈਠੀ, ਐਨੋਨਿਮਸਲੀ ਉਹ ਲਾਈਫ ਨਹੀਂ ਉਹਨੇ ਬਤੀਤ ਕੀਤੀ। ਉਹ ਸਾਹਮਣੇ ਆਈ, ਉਹਨੇ ਆਪਣਾ ਕੇਸ ਇੰਡੀਆ ਦੇ ਸਭ ਤੋਂ ਵੱਡੇ ਕੋਰਟ ਦੇ ਵਿੱਚ ਉਹਨੇ ਆਪਣੀ ਪਟੀਸ਼ਨ ਫਾਈਲ ਕੀਤੀ 2006 ਦੇ ਵਿੱਚ, ਤੇ ਉਹਨੇ ਉੱਥੇ ਡਿਮਾਂਡ ਕੀਤੀ ਕਿ ਹੁਣ ਹੋਰ ਐਸਿਡ ਅਟੈਕ ਨਹੀਂ ਹੋਣੇ ਚਾਹੀਦੇ ਆ, ਨੋ ਮੋਰ ਐਸਿਡ ਅਟੈਕ। ਉਹਨੇ ਕਿਹਾ ਕਿ ਉਹਨੂੰ ਕੰਪਨਸੇਸ਼ਨ ਦਿੱਤਾ ਜਾਵੇ, ਉਹਦਾ ਟ੍ਰੀਟਮੈਂਟ ਕਰਵਾਇਆ ਜਾਵੇ, ਤੇ ਜਿਹੜਾ ਇਹ ਐਸਿਡ ਜੋ ਕਿ ਬੜਾ ਹੀ ਚੀਪ ਇੰਡੀਆ ਦੇ ਵਿੱਚ ਹਰ ਗਲੀ ਕੁਚੇ 'ਚ ਅਵੇਲੇਬਲ ਮਿਲ ਹੁੰਦਾ ਹੈ, ਇਹਨੂੰ ਟਾਇਲਟ ਕਲੀਨਰ ਦੇ ਰੂਪ ਤੇ ਵੀ ਬਹੁਤ ਸਾਰੇ ਲੋਕੀ ਇੱਥੇ ਯੂਜ਼ ਕਰਦੇ ਆ, ਉਹਨੂੰ ਰੈਗੂਲੇਟ ਕੀਤਾ ਜਾਵੇ। ਉਹਦੀ ਜਿਹੜੀ ਸੇਲ ਹੈ ਉਹ ਇੰਨੀ ਮਤਲਬ ਕਿ ਓਵਰ ਦਾ ਕਾਊਂਟਰ ਅਵੇਲੇਬਲ ਨਹੀਂ ਹੋਣੀ ਚਾਹੀਦੀ ਹੈ। ਤੇ ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਲਾਸਟ ਈਅਰ 2013 ਦੇ ਵਿੱਚ ਇਹਦੇ ਤੇ ਇੱਕ ਆਰਡਰ ਵੀ ਦਿੱਤਾ ਤੇ ਕਿਹਾ ਗਿਆ ਕਿ ਇਹ ਜਿਹੜਾ ਐਸਿਡ ਹੈ ਇਹ ਅਵੇਲੇਬਲ ਨਹੀਂ ਹੋਣਾ ਚਾਹੀਦਾ। ਅਗਰ ਕੋਈ ਐਸਿਡ ਲੈਣ ਆਂਦਾ ਹੈ ਉਹਦੀ ਆਇਡੈਂਟੀਟੀ ਤੋਂ ਬਿਨਾਂ ਉਹਨੂੰ ਐਸਿਡ ਨਹੀਂ ਦੇਣਾ, ਉਹਦਾ ਸਾਰਾ ਰਿਕਾਰਡ ਰੱਖਿਆ ਜਾਵੇ। ਉਹ ਰਿਕਾਰਡ ਲੇਕਿਨ ਆਪਣਾ ਰੈਗੂਲਰ ਤਰੀਕੇ ਤੇ ਪੁਲਿਸ ਨੂੰ ਪ੍ਰੋਵਾਈਡ ਕੀਤਾ ਜਾਵੇ ਵੀ ਕੌਣ ਲੈ ਕੇ ਗਿਆ ਸੀਗਾ। ਇੱਕ ਤਾਂ ਇਹ ਆਰਡਰ ਹੋ ਗਿਆ ਸੁਪਰੀਮ ਕੋਰਟ ਦਾ। ਦੂਸਰਾ, ਸੁਪਰੀਮ ਕੋਰਟ ਨੇ ਸਾਰੀਆਂ ਇੰਡੀਆ ਦੀਆਂ ਸਟੇਟਸ ਨੂੰ ਵੀ ਇਹ ਕਿਹਾ ਕਿ ਤੁਸੀਂ ਆਪਣਾ ਜਿਹੜਾ ਹੈ ਇਹਨੂੰ ਰੈਗੂਲੇਟ ਕਰਨ ਲਈ ਸਟੇਟ ਲੈਵਲ ਤੇ ਜਿਹੜੇ ਹੈ ਆਪਣੇ ਕਾਨੂੰਨ ਬਣਾਓ। ਇਹਦੇ ਲਈ ਉਹਨਾਂ ਨੇ ਡੈਡਲਾਈਨ ਵੀ ਵੈਸੇ ਰੱਖੀ ਹੋਈ ਹੈ 31 ਮਾਰਚ 2014 ਔਰ ਅਜੇ ਤੱਕ ਕਿਸੇ ਸਟੇਟ ਨੇ ਹਾਲਾਂਕਿ ਇਹਨੂੰ ਰੈਗੂਲੇਟ ਕਰਨ ਲਈ ਕੋਈ ਬਿੱਲ ਬਣਾਇਆ ਨਹੀਂ ਹੈ, ਪਰ ਹੋ ਸਕਦਾ ਹੈ ਸਟੇਟ ਡੈਡਲਾਈਨ ਤੋਂ ਪਹਿਲੇ ਜਿਹੜਾ ਇਹਨੂੰ ਕੋਈ ਬਿੱਲ ਇਹਦੇ ਤੇ ਆਪਣਾ ਇੰਡੀਵਿਜੂਅਲ ਜਿਹੜਾ ਬਿੱਲ ਲੈ ਕੇ ਆ। ਇਹ ਸਿਰਫ ਇੱਕ ਲక్ష్ਮੀ ਹੈ ਜਿਹਨੇ ਕਿ ਇਸ ਮੁਹਿੰਮ ਨੂੰ ਸ਼ੁਰੂ ਕੀਤਾ। ਹਾਲਾਂਕਿ ਸਾਡੇ ਦੇਸ਼ 'ਚ ਕਹਿਣ ਨੂੰ ਤਾਂ ਲੱਖਾਂ NGOs ਹੈਗੀਆਂ, ਲੇਕਿਨ ਕਦੇ ਵੀ ਇਸ ਕੇਸ ਨੂੰ ਕਿਸੇ NGO ਨੇ ਨਹੀਂ ਅੱਜ ਤੱਕ ਹਾਈਲਾਈਟ ਕੀਤਾ ਜਾਂ ਕੋਈ ਦੀ ਮੁਹਿੰਮ ਬਣਾਈ। ਇੱਕ ਜਿਹੜੀ ਵਿਕਟਿਮ ਸੀ ਉਹ ਹੀ ਕਰੂਸੇਡਰ ਬਣੀ ਤੇ ਉਹ ਇੰਨੀ ਅੱਗੇ ਤੱਕ ਲੈ ਗਈ ਕਿ ਸੁਪਰੀਮ ਕੋਰਟ ਨੂੰ ਵੀ ਇਹਦੇ ਤੇ ਆਰਡਰ ਦੇਣਾ ਪਿਆ। ਤੇ ਹੁਣ ਅੱਜ ਉਹਦਾ ਨਤੀਜਾ ਤੁਹਾਡੇ ਸਾਹਮਣੇ ਹੈ ਕਿ ਉਹਦੇ ਜਿਹੜੇ ਐਫਰਟ ਹੈ ਉਹਨੂੰ ਵਰਲਡ ਲੈਵਲ ਤੇ ਜਿਹੜਾ ਆਨਰ ਵੀ ਮਿਲਿਆ ਤੇ ਉਹਨੇ ਹੋਰ ਵੀ ਜਿਹੜੀਆਂ ਵਿਕਟਿਮ ਸੀਗੀਆਂ ਉਹਨਾਂ ਨੂੰ ਇਹ ਹਿੰਮਤ ਦਿੱਤੀ ਕਿ ਤੁਹਾਡਾ ਇਹਦੇ 'ਚ ਕੋਈ ਕਸੂਰ ਨਹੀਂ ਹੈਗਾ, ਤੁਹਾਡੇ ਨਾਲ ਜੋ ਜਾਤੀ ਹੋਈ ਹੈ ਤੁਸੀਂ ਬਾਹਰ ਆਓ, ਤੁਸੀਂ ਆਪਣੇ ਹੱਕਾਂ ਲਈ ਲੜੋ। ਤੇ ਜਿਹੜਾ ਇਹ ਐਸਿਡ ਅਟੈਕ ਹੈ ਇਹ ਨਵੀਂ ਗੱਲ ਨਹੀਂ ਹੈ, ਇਹ ਬਹੁਤ ਪੁਰਾਣੀ ਹੈ। ਪਹਿਲੇ ਵੀ ਮਤਲਬ ਕਿ ਰਿਪੋਰਟ ਨਹੀਂ ਹੁੰਦੇ ਸੀ ਕੇਸ, ਬਟ ਲక్ష్ਮੀ ਦਾ ਕੇਸ ਖੁਦ 9 ਸਾਲ ਪੁਰਾਣਾ ਕੇਸ ਹੈਗਾ। ਤੇ ਇਹ ਲక్ష్ਮੀ ਹੀ ਹੈ ਜਿਹਨੇ ਇਹਨਾਂ ਨੂੰ ਇਸ ਚੀਜ਼ ਨੂੰ ਸੈਂਸਿਟਾਈਜ਼ ਕੀਤਾ। ਤੇ ਜਿਹੜੀ ਵੇਵ ਚੱਲੀ ਸੀਗੀ ਲਾਸਟ ਈਅਰ ਨਿਰਭਿਆ ਕੇਸ ਦੇ ਬਾਅਦ ਜਿਹੜਾ ਦਿੱਲੀ ਦੇ ਵਿੱਚ ਗੈਂਗ ਰੇਪ ਹੋਇਆ ਸੀ, ਉਸ ਵੇਵ ਦੇ ਵਿੱਚ ਹੀ ਇਹ ਜਿਹੜਾ ਨਵਾਂ ਕਾਨੂੰਨ ਐਸਿਡ ਅਟੈਕ ਤੇ ਵੀ ਜਿਹੜਾ ਕ੍ਰਿਮੀਨਲ ਲਾਅ ਅਮੈਂਡ ਹੋਇਆ ਉਹਦੇ ਵਿੱਚ ਐਸਿਡ ਅਟੈਕ ਦੇ ਨੂੰ ਡੀਲ ਕਰਨ ਲਈ ਵੀ ਇਹਨਾਂ ਨੇ ਨਵਾਂ ਕਾਨੂੰਨ ਜਿਹੜਾ ਹੈ ਨਵਾਂ ਸੈਕਸ਼ਨ ਜਿਹੜਾ ਇੰਟਰੋਡਿਊਸ ਕੀਤਾ, ਜਿਹਦੇ ਤਹਿਤ ਤਕਰੀਬਨ 10 ਸਾਲ ਤੱਕ ਦੀ ਸਜ਼ਾ ਹੋਏਗੀ, ਨਾਨ ਬੇਲੇਬਲ ਹੋਏਗਾ ਉਹ, ਤੇ ਜਿਹੜਾ ਕੰਪਨਸੇਸ਼ਨ ਹੈ ਵਿਕਟਿਮ ਨੂੰ
ਉਹ ਵੀ ਤਕਰੀਬਨ 10 ਲੱਖ ਤੱਕ ਮਿਲ ਸਕਦਾ ਹੈ। ਮਿਨੀਮਮ 3 ਲੱਖ ਐਂਡ ਮੈਕਸਿਮਮ 10 ਲੱਖ ਤੱਕ ਮਿਲ ਸਕਦਾ ਹੈ। ਜੀ ਜੀ ਅੰਜੂ ਜੀ, ਇੱਕ ਕੇਸ ਹੈ, ਤੁਸੀਂ ਕਿਹਾ ਕਿ ਇਹਨਾਂ ਨੇ ਅਮੈਂਡਮੈਂਟ ਕਰਕੇ 10 ਸਾਲ ਦੀ ਕਰ ਦਿੱਤੀ ਹੈ, ਪਰ ਬੈਂਗਲੋਰ ਦੀ ਸਿਟੀ ਕੋਰਟ ਨੇ ਪਿੱਛੇ ਜੇ ਇੱਕ ਬੰਦੇ ਨੂੰ ਐਸਿਡ ਦੇ ਕੇਸ ਵਿੱਚ ਹੀ ਉਸ ਦਾ ਦੋਸ਼ੀ ਪਾਇਆ ਔਰ ਉਸ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ। ਸੋ ਇਹ ਜੀ ਜੀ ਇਹ ਤਾਂ ਸੁਪਰੀਮ ਕੋਰਟ ਦੀਆਂ ਇਹ ਤਾਂ ਇਸ ਸੈਕਸ਼ਨ ਦੇ ਅੰਡਰ ਹੈਗੀਆਂ, ਬਟ ਜਿਹੜੇ ਕੋਰਟ ਹੈ ਅਗਰ ਕੋਰਟ ਨੂੰ ਫੀਲ ਹੁੰਦਾ ਹੈ ਤੇ ਕੋਰਟ ਜਿਹੜਾ ਹੈ ਉਹ ਅਪ ਟੂ ਮਤਲਬ ਕਿ ਇਵਨ ਲਾਈਫ ਇੰਪ੍ਰਿਜ਼ਨਮੈਂਟ ਵੀ ਇਹਦੇ ਵਿੱਚ ਦੇ ਸਕਦਾ ਹੈ। ਅੱਛਾ, ਤੁਹਾਡਾ ਮਤਲਬ ਘੱਟ ਤੋਂ ਘੱਟ 10 ਸਾਲ ਦੀ ਸਜ਼ਾ ਰੱਖੀ ਹੈ? ਜੱਜਸ ਤੇ ਵੀ ਇਹ ਡਿਪੈਂਡ ਕਰਦਾ ਹੈਗਾ ਜੀ। 10 ਸਾਲ ਘੱਟੋ ਘੱਟ ਰੱਖੀ ਹੈ ਸਜ਼ਾ ਉਹਨਾਂ ਨੇ? 10 ਸਾਲ ਜਿਹੜੀ ਹੈ ਇਹਦੇ ਵਿੱਚ ਘੱਟੋ ਘੱਟ ਸਜ਼ਾ ਇਹਨਾਂ ਨੇ ਰੱਖੀ ਹੈਗੀ ਹੈ, ਤੇ ਮਿਨੀਮਮ ਜਿਹੜਾ ਕੰਪਨਸੇਸ਼ਨ ਹੈ 3 ਲੱਖ ਹੈ ਤੇ ਮੈਕਸਿਮਮ ਜਿਹੜਾ ਹੈ 1 ਮਿਲੀਅਨ ਹੈ। ਜੀ। ਤੇ ਅੰਜੂ ਜੀ, ਜਿਹੜਾ ਇੰਨਾ ਗੰਭੀਰ ਮਾਮਲਾ ਹੈ, ਸੁਪਰੀਮ ਕੋਰਟ ਦਾ ਤੁਸੀਂ ਦੱਸ ਰਹੇ ਹੋ ਕਿ ਉਹਨਾਂ ਨੇ 31 ਮਾਰਚ ਦੀ ਡੈਡਲਾਈਨ ਦਿੱਤੀ ਹੈ, ਪਰ ਕੀ ਇਹ ਹੈਰਾਨੀ ਔਰ ਅਫਸੋਸ ਦੀ ਗੱਲ ਨਹੀਂ ਕਿ 6 ਸਾਲ ਤੋਂ ਸੁਪਰੀਮ ਕੋਰਟ ਲਗਾਤਾਰ ਅਦਾਲਤਾਂ ਸਾਰੀਆਂ ਸਟੇਟਾਂ ਨੂੰ ਕਹਿ ਰਹੀ ਹੈ ਕਿ ਤੁਸੀਂ ਇਹਦੇ ਤੇ ਐਸਿਡ ਦੀ ਵਿਕਰੀ ਨੂੰ ਰੈਗੂਲੇਟ ਕਰੋ, ਕੋਈ ਪਾਲਿਸੀ ਬਣਾਓ, ਤੇ ਹਾਲੇ ਤੱਕ 6 ਸਾਲ ਇਹਨਾਂ ਨੂੰ ਲੱਗ ਗਏ। ਇਹਦਾ ਮਤਲਬ ਹੈਗਾ ਕਿ ਇਹਨਾਂ ਦੀ ਇੱਛਾ ਨਹੀਂ ਹੈ, ਜਾਂ ਇਹਨੂੰ ਕਰਨਾ ਨਹੀਂ ਚਾਹੁੰਦੇ, ਜਾਂ ਇਹ ਚਾਹੁੰਦੇ ਹੈ ਕਿ ਇਹੋ ਜਿਹੇ ਹਮਲੇ ਜਾਰੀ ਰਹਿਣ। ਕੀ ਕਾਰਨ ਹੈ ਕਿ ਸੁਪਰੀਮ ਕੋਰਟ ਦੀ ਨਹੀਂ ਸੁਣੀ ਜਾ ਰਹੀ? ਜੀ ਨਹੀਂ, ਸੁਪਰੀਮ ਕੋਰਟ ਨੇ ਜਿਹੜੇ ਸਟੇਟਸ ਨੂੰ ਆਰਡਰ ਦਿੱਤੇ ਹੈ ਉਹ 2013 ਦੇ ਵਿੱਚ ਦਿੱਤੇ ਹੈ। ਜੀ ਜੀ। ਨਹੀਂ, ਪਰ ਪਹਿਲਾਂ ਉਸ ਤੋਂ ਕਹਿ ਰਹੇ ਸੀ ਕਿ ਤੁਸੀਂ ਪਾਲਿਸੀ ਬਣਾਓ। 6 ਸਾਲ ਤੋਂ ਚੱਲ ਰਿਹਾ ਸੀਗਾ। ਜੀ ਜੀ। ਬਟ ਆਰਡਰ ਇਹਦੇ ਵਿੱਚ 2013 ਦੇ ਵਿੱਚ ਆਇਆ। ਕੇਸ ਨੋ ਡਾਊਟ 6 ਸਾਲ ਤੋਂ ਚੱਲ ਰਿਹਾ ਸੀਗਾ, ਲੇਕਿਨ ਆਰਡਰ ਇਹਦੇ ਵਿੱਚ 2013 ਤੋਂ ਆਇਆ ਹੈਗਾ। ਠੀਕ ਹੈ। ਤੇ ਹੁਣ ਪੰਜਾਬ ਦੇ ਵਿੱਚ ਕੀ ਪੋਜੀਸ਼ਨ ਹੈ ਕਿ ਕੋਈ ਇਹਦੀ ਸੇਲ ਨੂੰ ਰੈਗੂਲੇਟ ਕੀਤਾ ਗਿਆ, ਐਸਿਡ ਦੀ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ? ਇਸ ਤਰ੍ਹਾਂ ਹੈ ਕਿ ਜਿਹੜੀਆਂ ਡਿਸਟ੍ਰਿਕਟ ਪੁਲਿਸ ਹੈਗੀਆਂ ਉਹਨਾਂ ਨੂੰ ਇਸ ਬਾਰੇ ਡਾਇਰੈਕਸ਼ਨਸ ਆਈਆਂ ਹੈਗੀਆਂ ਕਿ ਤੁਸੀਂ ਜੋ ਕੋਈ ਵੀ ਇਹਨੂੰ ਸੇਲ ਕਰਦਾ ਹੈ ਜਾਂ ਜੋ ਵੀ ਕੋਈ ਇਹਨੂੰ ਖਰੀਦਣ ਆਉਂਦਾ ਹੈ ਵੀ ਉਹਦੀ ਤੁਸੀਂ ਡਿਟੇਲ ਰੱਖਣੀ ਹੈ। ਅਗਰ ਤੁਸੀਂ ਨਹੀਂ ਰੱਖੋਗੇ ਡਿਟੇਲ ਤੇ ਜਿਹੜਾ ਸੇਲ ਕਰਦਾ ਉਹਦੇ ਅਗੇਂਸਟ ਹੀ ਐਕਸ਼ਨ ਹੋਏਗਾ। ਇੱਥੇ ਜਿਹੜੀਆਂ ਪੁਲਿਸ ਹੈ ਉਹ ਹੁਣ ਜਿਸ ਤਰ੍ਹਾਂ ਜਲੰਧਰ ਪੁਲਿਸ ਨੇ ਵੀ ਥੋੜੇ ਤਕਰੀਬਨ ਮਹੀਨਾ ਡੇਢ ਪਹਿਲੇ ਜਿਹੜਾ ਹੈ ਇੱਕ ਇਹਨਾਂ ਨੂੰ ਬੁਲਾ ਕੇ ਜਿਹੜੇ ਇਹ ਸੇਲ ਕਰਦੇ ਹੈਗੇ, ਕਿਉਂਕਿ ਇਹ ਜਿਹੜਾ ਐਸਿਡ ਹੈ ਇਹ ਇੰਡਸਟਰੀ ਦੇ ਵਿੱਚ ਵੀ ਯੂਜ਼ ਹੁੰਦਾ ਹੈ, ਜਿੱਦਾਂ ਰਬਰ ਇੰਡਸਟਰੀ ਦੇ ਵਿੱਚ ਯੂਜ਼ ਹੁੰਦਾ ਹੈ ਜਾਂ ਹੋਰ ਮੈਨੂਫੈਕਚਰਿੰਗ ਜਿੱਦਾਂ ਕਾਟਨ ਮੈਨੂਫੈਕਚਰਿੰਗ ਯੂਨਿਟਸ ਹੈਗੇ ਉੱਥੇ ਯੂਜ਼ ਹੁੰਦਾ ਹੈਗਾ। ਉਹਨਾਂ ਨੇ ਉਹਨਾਂ ਸਾਰਿਆਂ ਨੂੰ ਬੁਲਾ ਕੇ ਇਹਨਾਂ ਨੂੰ ਕਿਹਾ ਹੈ ਕਿ ਤੁਸੀਂ ਜੋ ਵੀ ਤੁਸੀਂ ਸੇਲ ਕਰ ਰਹੇ ਹੋ ਤੁਸੀਂ ਉਹ ਸਾਰਿਆਂ ਦਾ ਰਿਕਾਰਡ ਲੈਣਾ ਹੈ, ਆਇਡੈਂਟੀਟੀ ਉਹਨਾਂ ਦੀ ਲੈ ਕੇ ਉਹਨਾਂ ਦੀ ਫੋਟੋ ਕਾਪੀਜ਼ ਲੈਣੀਆਂ ਹੈਗੀਆਂ, ਉਹ ਮੇਨਟੇਨ ਕਰਨਾ ਹੈ, ਰਜਿਸਟਰ ਐਵਰੀ ਮੰਥ, ਉਹ ਫਿਰ ਡਿਟੇਲ ਜਿਹੜੀ ਹੈ ਸਾਨੂੰ ਫਾਰਵਰਡ ਕਰਨੀ ਹੈਗੀ ਹੈ। ਇਹਦੇ ਨਾਲ ਕੀ ਹੋਏਗਾ ਕਿ ਜਿਹੜਾ ਵੀ ਬੰਦਾ ਲੈ ਕੇ ਜਾਏਗਾ ਉਹਦੀ ਡਿਟੇਲ ਜਿਹੜੀ ਹੈ ਪੁਲਿਸ ਕੋਲ ਆ ਜਾਣਗੀਆਂ, ਤੇ ਕੱਲ ਨੂੰ ਬਾਈ ਚਾਂਸ ਉਹਦਾ ਮਿਸਯੂਜ਼ ਹੁੰਦਾ ਹੈ ਤੇ ਪੁਲਿਸ ਇਮੀਡੀਏਟਲੀ ਜਿਹੜਾ ਹੈ ਉਹਨੂੰ ਜੋ ਵੀ ਬੰਦੇ ਲੈ ਕੇ ਗਏ ਹੋਣਗੇ ਤੇ ਪੁਲਿਸ ਜਿਹੜਾ ਹੈ ਉਹਨੂੰ ਇਮੀਡੀਏਟਲੀ ਜਿਹੜਾ ਹੈ ਪਕੜ ਸਕਦੀ ਹੈ ਕਿ ਇਹਨਾਂ ਬੰਦਿਆਂ ਨੇ ਜਿਹੜਾ ਹੈ ਉਹ ਐਸਿਡ ਲੈ ਕੇ ਗਏ ਸੀਗੇ। ਤੇ ਇਹਦੇ ਨਾਲ ਮਤਲਬ ਕਿ ਲੇਕਿਨ ਅਜੇ ਵੀ ਬਹੁਤ ਕੁਝ ਕਰਨ ਵਾਲਾ ਹੈ। ਇੰਡੀਆ ਦਾ ਅਗਰ ਇੰਡੀਆ ਲੈਵਲ ਤੇ ਵੀ ਗੱਲ ਕਰੀਏ ਤੇ ਈਵਨ ਬੰਗਲਾਦੇਸ਼ ਵੀ ਸਾਡੇ ਤੋਂ ਅੱਗੇ ਹੈਗਾ। ਉਹਨਾਂ ਨੇ ਵੀ 2002 ਦੇ ਵਿੱਚ ਕਾਨੂੰਨ ਬਣਾਤਾ ਸੀ। ਔਰ 2002 ਤੇ ਉਹਨਾਂ ਦਾ ਕਾਨੂੰਨ ਮਤਲਬ ਕਿ ਇੱਕ ਤਕਰੀਬਨ ਡੈਕੇਡ ਤੋਂ ਉੱਪਰ ਹੋ ਗਿਆ ਉੱਥੇ ਕਾਨੂੰਨ ਬਣਿਆ। ਈਵਨ ਪਾਕਿਸਤਾਨ ਨੇ ਵੀ 2012 ਦੇ ਵਿੱਚ ਇਹਦੇ ਤੇ ਕਾਨੂੰਨ ਬਣਾਤਾ ਸੀ, ਲੇਕਿਨ ਅਸੀਂ ਇਹਨਾਂ ਆਪਣੇ ਦੋਨੋਂ ਨੇਬਰਿੰਗ ਸਟੇਟ ਤੋਂ ਵੀ ਪਿੱਛੇ ਹੈਗੇ ਆ। ਤੇ ਅਬ ਹੁਣ ਇਹੀ ਹੈ ਕਿ ਡਿਸਟ੍ਰਿਕਟ ਲੈਵਲ ਤੇ ਪੁਲਿਸ ਨੂੰ ਇੰਸਟਰਕਟ ਕੀਤਾ ਜਾ ਰਿਹਾ ਹੈ ਕਿ ਇਹਨਾਂ ਦੀ ਸਾਰੀ ਡਿਟੇਲ ਰੱਖੀ ਜਾਵੇ, ਬਟ ਸਟਿਲ ਅਜੇ ਵੀ ਜਿਹੜੇ ਕੇਸਸ ਹੈ ਉਹ ਆਏ ਦਿਨ ਰਿਪੋਰਟ ਹੋ ਰਹੇ ਨੇ। ਜਿਹੜਾ ਫੀਅਰ ਆਫ ਲਾਅ ਐਂਡ ਪਨਿਸ਼ਮੈਂਟ ਹੈਗਾ ਇਹ ਜਿਹੜਾ ਸਟਿਪੂਲੇਟਡ ਟਾਈਮ ਦੇ ਵਿੱਚ ਇਹਨਾਂ ਨੂੰ ਜਿਹੜਾ ਕਰਨਾ ਵੀ ਚਾਹੀਦਾ, ਜ਼ਰੂਰੀ ਹੈ ਵਿਕਟਿਮ ਨੂੰ ਜਸਟਿਸ ਦੇਣ ਲਈ, ਬਟ ਇਹਦੇ ਨਾਲ ਜਿਹੜਾ ਨਾ ਸੋਸਾਇਟਲ ਚੇਂਜ ਵੀ ਬਹੁਤ ਜ਼ਰੂਰੀ ਹੈਗੀ ਹੈ। ਮਤਲਬ ਕਿ ਸਾਰਿਆਂ ਨੂੰ ਹੀ ਇਕੱਠੇ ਹੋ ਕੇ ਲਾਅ ਹੋ ਗਿਆ, ਲਾਅ ਏਜੰਸੀਜ਼ ਹੋ ਗਈਆਂ, NGOs ਹੋ ਗਈਆਂ, ਇਹ ਸਾਰਿਆਂ ਨੂੰ ਇਕੱਠੇ ਆ ਕੇ ਜਿਹੜਾ ਹੈ ਨਾ ਅੱਗੇ ਆਉਣਾ ਪਏਗਾ ਸੋ ਦੈਟ ਕਿ ਚੇਂਜ ਜਿਹੜੀ ਹੈ ਉਹ ਲਿਆਈ ਜਾਵੇ। ਜਿਹੜੀ ਜੈਂਡਰ ਬੇਸ ਵਾਇਲੈਂਸ ਹੋ ਰਹੀ ਹੈ ਕਿ ਇੱਕ ਲੜਕੀ ਦਾ ਸੋਹਣਾ ਹੋਣਾ ਉਹਦੇ ਲਈ ਮਤਲਬ ਕਿ ਅਭਿਸ਼ਾਪ ਨਹੀਂ ਹੋਣਾ ਚਾਹੀਦਾ। ਇਹ ਮਤਲਬ ਕਿ ਇਸ ਤਰ੍ਹਾਂ ਇਹਨੂੰ ਮਤਲਬ ਕਿ ਬਹੁਤ ਸਟ੍ਰਿੰਜੈਂਟ ਤਰੀਕੇ ਨਾਲ ਜਿਹੜਾ ਹੈ ਅਡਾਪਟ ਕਰਨਾ ਪਏਗਾ। ਐਂਡ ਸੋਸ਼ਲ ਲੈਵਲ ਤੇ ਵੀ ਬਹੁਤ ਅਗਰੈਸਿਵਲੀ ਜਿਹੜੀਆਂ NGOs ਹੈ ਉਹਨਾਂ ਨੂੰ ਅਵੇਅਰ ਕਰਵਾਉਣਾ ਚਾਹੀਦਾ। ਸੁਸਾਇਟੀ ਦੇ ਡਿਫਰੈਂਟ
ਤਬਕਿਆਂ ਦੇ ਵਿੱਚ ਜਾ ਕੇ ਜੀ। ਕਿ ਇਹ ਜਿਹੜੀ ਚੀਜ਼ ਹੈ ਇਹਨੂੰ ਰੋਕਿਆ ਜਾਵੇ। ਜੀ ਅੰਜੂ ਜੀ, ਜਿਹੜੀ ਸਮਾਂ ਹੈ also- ਅੰਜੂ ਜੀ, ਇੱਕ ਛੋਟੀ ਜਿਹੀ ਵਕਫੇ ਦਾ ਇੱਕ ਬ੍ਰੇਕ ਦਾ ਸਮਾਂ ਹੈ, ਕਿਉਂਕਿ ਲక్ష్ਮੀ ਦਾ ਕੇਸ ਜਿਹੜਾ ਦਿਨ ਦਿਹਾੜੇ ਦਿੱਲੀ ਦੇ ਵਿੱਚ ਹੋਇਆ, ਖਾਨ ਮਾਰਕੀਟ ਦੇ ਵਿੱਚ, ਔਰ ਹਰਪ੍ਰੀਤ ਕੌਰ ਦਾ ਕੇਸ ਹੋਇਆ ਜਿਹੜਾ ਵੀ ਸ਼ਰੇਆਮ ਹੋਇਆ ਔਰ ਬਾਅਦ ਚ ਉਹਦੀ ਉਹ ਬਚ ਵੀ ਨਾ ਸਕੀ। ਇਹਨਾਂ ਦੋਨਾਂ ਦੇ ਵਿੱਚ ਕੀ ਸਮਾਨਤਾ ਹੈ ਔਰ ਇਸ ਦੇ ਤੇ ਸਾਡੀਆਂ ਇਹ ਆਉਣ ਵਾਲੀਆਂ ਚੋਣਾਂ 'ਚ ਕੀ ਕਿਸੇ ਵੀ ਪਾਰਟੀ ਨੇ ਇਸ ਨੂੰ ਕੋਈ ਮੁੱਦਾ ਬਣਾਇਆ ਜਾਂ ਕਿਸੇ ਨੇ ਕੋਈ ਗੱਲ ਕੀਤੀ ਹੈ? ਕਿਸੇ ਲੀਡਰ ਨੇ ਸੁਣਿਆ ਨਹੀਂ ਕਿਸ ਦੇ ਤੇ ਗੰਭੀਰਤਾ ਨਾਲ ਗੱਲ ਕੀਤੀ? ਇੱਕ ਵਕਫੇ ਦੇ ਜੀ, ਇੱਕ ਵਕਫੇ ਦੇ ਬਾਅਦ ਤੁਹਾਡੇ ਨਾਲ ਮੁੜ ਹਾਜ਼ਰ ਹੋਣੇ ਆ। ਤੁਸੀਂ ਕਿਰਪਾ ਕਰਕੇ ਲਾਈਨ ਤੇ ਬਣੇ ਰਹਿਣਾ, 2-4 ਮਿੰਟ ਤੁਹਾਡੇ ਅਸੀਂ ਹੋਰ ਲਵਾਂਗੇ। ਬਹੁਤ ਬਹੁਤ ਧੰਨਵਾਦ। ਇੱਕ ਵਕਫਾ। ਅੰਬਾ ਜਿਊਲਰ, ਹਰ ਕਿਸੇ ਦੀ ਪਹਿਲੀ ਪਸੰਦ। ਵੈਸਟਰਨ ਤੇ ਟ੍ਰੈਡੀਸ਼ਨਲ ਜੁਐਲਰੀ ਦੀ ਵੈਰਾਈਟੀ ਦੀ ਹੈ ਪਰਮਾਰ। ਹਰ ਤਰ੍ਹਾਂ ਦੀ ਪਾਰਟੀ ਵੈਡਿੰਗ ਓਕੇਜ਼ਨ ਲਈ ਤੁਹਾਨੂੰ ਕਰਦਾ ਹੈ ਤਿਆਰ। ਨਾਲ ਹੀ ਅਵੇਲੇਬਲ ਹਨ 24 ਕੈਰਟ 골ਡ coins ਤੇ ਸਪੈਸ਼ਲ ਗਿਫਟਸ। ਅੰਬਾ ਜਿਊਲਰਸ, 3713 74th Street, Jackson Heights, New York. Phone 718-639-2300। flymecheap.com। ਹੁਣ ਕਰੋ ਵਰਲਡ ਵਿੱਚ ਕਿਤੇ ਵੀ ਸੈਰ ਡਿਸਕਾਊਂਟਡ 에ਅਰਫੇਅਰ ਪ੍ਰਾਈਸਿਸ ਤੇ। ਸਾਡੇ ਕੋਲ ਮਿਲੇਗੀ ਇਨਫੋਰਮੇਸ਼ਨ ਹਰ ਲੀਡਿੰਗ 에ਅਰਲਾਈਨ ਦੀ ਫਲਾਈਟਸ ਦੀ। 18 ਮਿਲੀਅਨ ਐਕਸਕਲੂਸਿਵ ਫਲਾਈਟ ਡੀਲਸ ਦੁਨੀਆ ਦੇ ਕਿਸੇ ਵੀ ਕੋਨੇ ਲਈ, ਜਿਸ ਵਿੱਚੋਂ ਤੁਸੀਂ ਚੂਜ਼ ਕਰ ਸਕਦੇ ਹੋ ਬੈਸਟ ਫੇਅਰ ਡੀਲ। 24/7 ਕਸਟਮਰ ਸਰਵਿਸ। ਸਾਡੇ ਟੋਲ ਫ੍ਰੀ ਨੰਬਰ ਤੇ 8553594878। ਵਿਜ਼ਿਟ ਕਰੋ ਸਹਾਰਾ ਟੂਰਸ ਐਂਡ ਟਰੈਵਲਸ, 13222 ਰੌਕਵੇ ਬੁਲੇਵਾਰਡ, ਸਾਊਥ ਓਜ਼ਨ ਪਾਰਕ, ਨਿਊਯਾਰਕ 11420। Apna Bazaar Cash and Carry, the biggest and the oldest grocery store in the town. For all your daily groceries, fresh produce, fruits and vegetables. More than 12,000 grocery items and produced at competitive prices. Apna Bazaar Cash and Carry. Ample free parking. Apna Bazaar, Edison, New Jersey. ਗਰੁੱਪ, ਤਜਰਬੇਕਾਰ ਵਕੀਲਾਂ ਦੀ ਟੀਮ ਜਿਨ੍ਹਾਂ ਨੂੰ ਮਹਾਰਤ ਹਾਸਿਲ ਹੈ ਇਮੀਗ੍ਰੇਸ਼ਨ ਇੰਕਲੂਡਿੰਗ ਅਸਾਈਲਮ, ਡਿਪੋਰਟੇਸ਼ਨ, ਡਿਫੈਂਸ, ਫੈਮਿਲੀ, ਐਮਪਲੋਇਮੈਂਟ ਐਂਡ ਇਨਵੈਸਟਮੈਂਟ ਬੇਸਡ ਇਮੀਗ੍ਰੇਸ਼ਨ। ਇੱਥੇ ਹਰ ਤਰ੍ਹਾਂ ਦੇ ਕ੍ਰਿਮੀਨਲ ਕੇਸਿਸ ਜਿਵੇਂ ਵਾਇਓਲੇਸ਼ਨ, ਟੈਕਸੀ, ਲਿਮੋਜ਼ਿਨ ਕਮਿਸ਼ਨ ਦੇ ਮਾਮਲੇ, ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਕਲੋਜ਼ਿੰਗ, ਡਾਈਵੋਰਸ ਕੇਸਿਸ, ਵਿਲ ਅਤੇ ਟਰਸਟ ਰਿਲੇਟਡ ਕੇਸਿਸ ਵੀ ਸੋਲਵ ਕੀਤੇ ਜਾਂਦੇ ਨੇ। ਕਲਾਇੰਟਸ ਦੀ ਸੁਵਿਧਾ ਲਈ ਸਾਡੀਆਂ ਬ੍ਰਾਂਚਿਸ ਹਰ ਮੇਜਰ ਟ੍ਰੇਨ ਲਾਈਨਸ ਦੇ ਨਜ਼ਦੀਕ ਹਨ। AJZE 4523। ਅਸੀਂ ਵੀਕਐਂਡ ਅਤੇ ਲੇਟ ਆਰ ਅਪਾਇੰਟਮੈਂਟਸ ਵੀ ਲੈਂਦੇ ਹਾਂ। ਅਸੀਂ ਬੋਲਾਂਗੇ ਤੁਹਾਡੀ ਬੋਲੀ। ਕੰਟੈਕਟ ਕਰਨ ਤੇ ਤੁਹਾਨੂੰ ਮਿਲੇਗਾ ਤੁਰੰਤ ਤਸੱਲੀ ਬਖਸ਼ ਰਿਸਪੌਂਸ। ਕੰਟੈਕਟ ਕਰਨ ਲਈ ਸਾਡੇ ਨੰਬਰਸ ਨੇ 8888247227 ਅਤੇ 9177280049। ਕੈਲੀਫੋਰਨੀਆ ਦੀਆਂ ਟਰੱਕਿੰਗ ਕੰਪਨੀਆਂ ਵਿੱਚੋਂ ਇੱਕੋ ਇੱਕ ਤਜਰਬੇਕਾਰ ਤੇ ਭਰੋਸੇਯੋਗ ਨਾਮ SNS ਟਰੱਕਿੰਗ।
ਜੋ ਪਿਛਲੇ 20 ਸਾਲਾਂ ਤੋਂ ਤੁਹਾਡੀ ਸੇਵਾ ਕਰਦੀ ਆ ਰਹੀ ਹੈ। ਸਾਨੂੰ ਕੈਲੀਫੋਰਨੀਆ ਤੋਂ ਫਲੋਰੀਡਾ ਦੇ ਡੈਡੀਕੇਟਡ ਰਨ ਲਈ ਤਜਰਬੇਕਾਰ ਓਨਰ ਆਪਰੇਟਰਾਂ ਦੀ ਜ਼ਰੂਰਤ ਹੈ। ਲੋਡ ਲਾਉਣ ਤੋਂ ਤੁਰੰਤ ਬਾਅਦ ਆਪਣਾ ਪੇਪਰ ਵਰਕ ਦਫ਼ਤਰ ਵਿੱਚ ਜਮ੍ਹਾਂ ਕਰਵਾਓ ਤੇ ਆਪਣਾ ਚੈੱਕ ਲੈ ਕੇ ਖੁਸ਼ੀ-ਖੁਸ਼ੀ ਆਪਣੇ ਘਰ ਨੂੰ ਜਾਓ। ਵਧੇਰੇ ਜਾਣਕਾਰੀ ਲੈਣ ਲਈ ਕਾਲ ਕਰੋ ਬਾਈ ਜੀ ਨਾਜ਼ਰ ਸਹੋਤਾ ਤੇ ਸਟੀਵ ਢਿੱਲੋਂ ਨੂੰ 559 277 8831 ਉੱਤੇ। The Vedic Store, USA ਦਾ ਲੀਡਿੰਗ ਆਯੁਰਵੈਦਿਕ ਸੁਪਰ ਸਟੋਰ, ਜਿੱਥੇ ਹੁਣ ਅਵੇਲੇਬਲ ਨੇ ਪ੍ਰੋਡਕਟਸ ਬਾਬਾ ਰਾਮਦੇਵ, ਹਿਮਾਲਿਆ, ਬੈਨੀਅਨ ਬੋਟੈਨੀਕਲਸ ਤੇ ਨਾਲ ਹੀ 100% ਆਰਗੈਨਿਕ ਇੰਡੀਅਨ ਫੂਡ। ਵਿਜ਼ਿਟ ਕਰੋ ਆਯੁਰਵੈਦਿਕ ਕੰਸਲਟੇਸ਼ਨ ਲਈ। ਫਾਇਦਾ ਲਓ ਆਯੁਰਵੈਦਿਕ ਰੈਮੇਡੀਜ਼ ਦਾ ਆਪਣੀਆਂ ਹੈਅਰ ਪ੍ਰੋਬਲਮਸ, ਹਾਰਟ, ਵੇਟ, ਜੁਆਇੰਟਸ, ਡਾਇਬੀਟੀਜ਼ ਤੇ ਹੋਰ ਵੀ ਕਈ ਪ੍ਰੋਬਲਮਸ ਲਈ। ਯੋਗਾ ਕਲਾਸਿਸ ਵਿੱਚ ਵੀ ਹਿੱਸਾ ਲਓ। ਕਾਲ ਕਰੋ 7183234892 ਤੇ। ਪਾਓ ਹਰ ਪ੍ਰੋਡਕਟ ਦੀ ਸ਼ਿਪਿੰਗ ਆਪਣੇ ਦਰਵਾਜ਼ੇ ਤੇ। ਅੱਜ ਹੀ ਆਪਣੀ ਸਿਹਤ ਲਈ ਜ਼ਿੰਮੇਵਾਰ ਬਣੋ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਐਸਿਡ ਅਟੈਕ ਦੇ ਵਿਕਟਿਮਸ, ਲక్ష్ਮੀ ਦੀ ਹਿੰਮਤ, ਉਸਨੇ ਇਸ ਨੂੰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਉਜਾਗਰ ਕੀਤਾ। ਹਾਲਾਂਕਿ ਚਿਹਰਾ ਇਤਨਾ ਡਰਾਵਣਾ ਹੋ ਜਾਂਦਾ ਹੈ, ਪਰ ਉਸਨੇ ਆਪਣੇ ਆਪ ਨੂੰ ਲੁਕੋਇਆ ਨਹੀਂ। ਉਸਨੇ ਇਸ ਨੂੰ ਜਗ ਜ਼ਾਹਿਰ ਕੀਤਾ ਔਰ ਉਸ ਦੀ ਹਿੰਮਤ ਦੇ ਨਾਲ ਸੁਪਰੀਮ ਕੋਰਟ ਨੂੰ ਵੀ ਆਰਡਰ ਪਾਸ ਕਰਨੇ ਪਏ। पर हर कोई इतनी दलेरी या इतनी हिम्मत नहीं रख सकता, पर आने वाले समय लिए प्रेरणा स्रोत जरूर होंदा है। साडे नाल प्रिंसीपल कॉरस्पॉन्डेंट इंडियन एक्सप्रैस के अंजू अग्निहोत्री छाबा, जिहड़े कि इंडियन एक्सप्रैस के सीनियर जर्नलिस्ट हैं, वो साडे नाल हैं। अंजू जी, एक बार फिर वक्फे के बाद तुहाडा स्वागत है। तुसीं ये दसो कि ये ਜਿਹੜਾ ਲక్ష్ਮੀ ਦਾ ਜਿਹੜਾ ਦਿੱਲੀ ਦੇ ਵਿੱਚ ਸ਼ਰੇਆਮ ਇਸ ਦੇ ਤੇ ਖਾਨ ਮਾਰਕੀਟ ਵਿੱਚ ਤੇਜ਼ਾਬ ਸੁੱਟਿਆ ਗਿਆ ਔਰ ਤੇਜ਼ਾਬ ਸੁੱਟਣ ਵਾਲਾ ਉਸ ਦੀ ਬਲਕਿ ਕੋਈ ਸਹੇਲੀ ਦਾ ਕੋਈ ਨੋਨ ਸੀ, ਵਾਕਫ ਸੀਗਾ। ਪਰ ਜਿਹੜਾ ਹਰਪ੍ਰੀਤ ਦਾ ਕੇਸ ਹੋਇਆ ਉਸ ਦੇ ਬਾਰੇ ਕੁਝ ਸੰਖੇਪ ਵਿੱਚ ਜਾਣਕਾਰੀ ਜ਼ਰੂਰ ਸਾਨੂੰ ਦਿਓ। ਔਰ ਇੱਕ ਗੱਲ ਇਹ ਦੱਸੋ ਕਿ ਘੱਟੋ ਘੱਟ ਪੰਜਾਬ ਦੀ ਧਰਤੀ ਦੇ ਉੱਤੇ ਜਿੱਥੋਂ ਕਿ ਔਰਤਾਂ ਦੇ ਹੱਕ ਲਈ ਇੰਨੀਆਂ ਆਵਾਜ਼ਾਂ ਉੱਠੀਆਂ, ਜੇ ਇਤਿਹਾਸਕ ਤੌਰ ਦੇ ਉੱਤੇ ਦੇਖਿਆ ਜਾਏ ਕਿਤਨੇ ਹਵਾਲੇ ਹੈ, ਪਰ ਹੁਣ ਕਿਉਂ ਸਾਡੀ ਸੈਂਸਿਟੀਵਿਟੀ ਬਿਲਕੁਲ ਇੱਕਦਮ ਨੰਬ ਹੋ ਗਈ ਹੈ, ਬਿਲਕੁਲ ਉਹਦੇ 'ਚ ਜਿਵੇਂ ਲਕਵਾ ਮਾਰ ਗਿਆ। ਨਾ ਕੋਈ ਧਾਰਮਿਕ, ਸਮਾਜਿਕ ਜਾਂ ਕੋਈ ਹੋਰ ਸੰਸਥਾਵਾਂ ਰਾਜਨੀਤਿਕ ਇਹਦੇ ਬਾਰੇ ਬਿਲਕੁਲ ਚੁੱਪ ਹਨ। ਇਹਨੂੰ ਤੁਸੀਂ ਕਿੱਦਾਂ ਵਿਸ਼ਲੇਸ਼ਣ ਕਰੋਗੇ? 2-4 ਮਿੰਟ ਦੇ ਜੇ ਤੁਸੀਂ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦੇ ਸਕੋ। ਜੀ, ਲక్ష్ਮੀ ਦਾ ਕੇਸ ਤਾਂ ਹੁਣ ਸਾਰਿਆਂ ਦੇ ਸਾਹਮਣੇ ਹੀ ਹੈਗਾ ਤੇ ਉਹਨੇ ਹੀ ਹਿੰਮਤ ਦਿਖਾਈ। ਉਹਦੇ ਹਿੰਮਤ ਦੇ ਕਰਕੇ ਹੀ ਅੱਜ ਜਿਹੜਾ ਹੈ ਇੱਕ ਐਸਿਡ ਅਟੈਕ ਦਾ ਨਵਾਂ ਕਾਨੂੰਨ ਬਣਿਆ ਹੈਗਾ ਜੀ। ਹਰਪ੍ਰੀਤ ਦਾ ਕੇਸ ਜਿਹੜਾ ਕਿ ਪਿਛਲੇ ਸਾਲ ਹੀ ਸਾਡੇ ਪੰਜਾਬ ਦੇ ਵਿੱਚ, ਲੁਧਿਆਣਾ ਦੇ ਵਿੱਚ ਹੋਇਆ ਹੈ ਜੀ। ਉਹਦੇ 'ਚ ਦੇਖੋ ਮੋਸਟ ਆਫ ਦੇ ਕੇਸਿਸ ਦੇ ਵਿੱਚ ਜਾਂ ਜਿਹੜੀਆਂ ਲੜਕੀਆਂ ਸੀਗੀਆਂ ਉਹ ਇਸ ਕਰਕੇ ਵਿਕਟਿਮ ਬਣੀਆਂ ਕਿ ਉਹਨਾਂ ਨੇ ਜਿਹੜੇ ਆਪੋਜ਼ਿਟ ਜਿਹੜੇ ਉਹਨਾਂ ਦੇ ਸੈਕਸ ਦੇ ਜਿਹੜੇ ਬੰਦੇ ਸੀ ਉਹਨਾਂ ਦੇ ਐਡਵਾਂਸਸ ਨੂੰ ਨੋ ਕਿਹਾ ਤੇ ਉਹਨਾਂ ਨੇ ਆਪਣੀ ਈਗੋ 'ਚ ਆ ਕੇ ਉਹਨਾਂ ਦੇ ਨਾਲ ਇਹ ਹਾਦਸੇ ਕੀਤੇ। ਜਾਂ ਕਈ ਕੇਸਿਸ ਦੇ ਵਿੱਚ ਹਸਬੈਂਡਸ ਨੇ ਆਪਣੀ ਈਗੋ ਪ੍ਰੋਬਲਮ ਕਰਕੇ ਆਪਣੀ ਵਾਈਫ ਦੇ ਨਾਲ ਏਦਾਂ ਕੀਤਾ। ਲੇਕਿਨ ਇਸ ਕੇਸ ਦੇ ਵਿੱਚ ਉਸ ਲੜਕੀ ਦੀ ਬਿਲਕੁਲ ਇੱਕ ਆਪਣੇ ਮੈਰਿਜ ਵਾਲੇ ਦਿਨ ਇੱਕ ਜਿਹੜਾ ਗਰੂਮ ਸੀਗਾ ਉਹਦੀ ਭਾਬੀ ਨੇ ਜਾ ਕੇ ਆਪਣਾ ਬਦਲਾ ਲੈਣ ਲਈ ਕਿ ਮੈਂ ਆਪਣੇ ਦੇਵਰ ਦੀ ਲਾਈਫ ਨੂੰ ਬਰਬਾਦ ਕਰਨਾ ਹੈਗਾ ਜਾਂ ਆਪਣੇ ਇਨ-ਲॉज ਦੇ ਬਦਲਾ ਲੈਣਾ ਹੈ, ਤੇ ਉਸ ਕੁੜੀ ਦਾ ਕੋਈ ਕਸੂਰ ਹੀ ਨਹੀਂ ਸੀਗਾ ਹਰਪ੍ਰੀਤ ਦਾ। ਉਹ ਸ਼ਾਇਦ ਉਹਨੂੰ ਦੇਖਿਆ ਵੀ ਨਹੀਂ ਹੋਣਾ ਤੇ ਉਹਨੇ ਉਹਦੇ ਤੇ ਉਹ ਅਟੈਕ ਕਰਵਾਇਆ ਜਸਟ ਕਿ ਉਹ ਆਪਣੇ ਇਨ-ਲॉज ਦੇ ਨਾਲ ਬਦਲਾ ਲੈ ਸਕੇ। ਤੇ ਉਸ ਤੋਂ ਬਾਅਦ ਵੀ ਜਦੋਂ ਅਟੈਕ ਹੋਇਆ ਤੇ ਇਹ ਕਿਹਾ ਗਿਆ ਕਿ ਵੀ ਸ਼ਾਇਦ ਉਹ ਲੜਕੀ ਦਾ ਕੋਈ ਬॉयਫ੍ਰੈਂਡ ਸੀਗਾ ਜਿਹਨੇ ਅਟੈਕ ਕਰਾਇਆ। ਮਤਲਬ ਕਿ ਆਪਣੇ ਆਪ ਹੀ ਅਸੀਂ ਇਹ ਧਾਰਨਾਵਾਂ ਬਣਾ ਲੈਂਦੇ ਹਾਂ ਇੱਕਦਮ ਹੀ ਕਿ ਇਦਾਂ ਦੀ ਕੋਈ ਗੱਲ ਹੋਈ ਹੈ ਤੇ ਇਹ ਇਦਾਂ ਦਾ ਹੀ ਕੋਈ ਕਾਰਨ ਹੋਣਾ ਹੈ। ਲੇਕਿਨ ਬਾਅਦ ਜਦੋਂ ਇਨਵੈਸਟੀਗੇਸ਼ਨ ਹੋਈ ਤੇ ਕਾਰਨ ਬਿਲਕੁਲ ਹੀ ਡਿਫਰੈਂਟ ਜਿਹੜਾ ਸਾਹਮਣੇ ਆਇਆ ਵੀ ਉਸ ਕੁੜੀ ਦਾ ਤੇ ਜਿਸ ਨੇ ਉਹਦੇ ਤੇ ਅਟੈਕ ਕਰਾਇਆ ਉਹਦਾ ਉਹਦੇ ਨਾਲ ਕੋਈ ਲੈਣਾ ਦੇਣਾ ਵੀ ਨਹੀਂ ਸੀਗਾ। ਇਹ ਮਤਲਬ ਕਿ ਸਾਡਾ ਜਿਹੜਾ ਅਸੀਂ ਮੈਂਟਲੀ ਇੰਨੇ ਜ਼ਿਆਦਾ ਸਿੱਕ ਹੋ ਚੁੱਕੇ ਆ, ਵੈਸ਼ੀਪਣਾ ਹੋ ਗਿਆ ਕਿ ਜੈਲਸੀ ਦੇ ਵਿੱਚ ਆ ਕੇ ਅਸੀਂ ਜਿਹੜੇ ਉਹਦੇ
ਕੀ ਇੰਪੈਕਟ ਹੋਏਗਾ ਉਹਦੇ ਬਾਰੇ ਅਸੀਂ ਕੋਈ ਮਤਲਬ ਕਿ ਸੋਚਦੇ ਹੀ ਨਹੀਂ ਹੈਗੇ। ਜਸਟ ਆਪਣੀ ਈਗੋ ਨੂੰ, ਆਪਣੀ ਵਹਿਸ਼ੀਪਨ ਨੂੰ ਸੈਟੀਸਫਾਈ ਕਰਨ ਲਈ ਅਸੀਂ ਕੁਝ ਵੀ ਕਰ ਰਹੇ ਹਾਂ। ਤੇ ਹਰਪ੍ਰੀਤ ਦਾ ਕੇਸ ਜਿਹੜਾ ਉਹ ਪਰਫੈਕਟ ਹੈ, ਕਿਉਂਕਿ ਹਰਪ੍ਰੀਤ ਦੇ ਉੱਤੇ ਜਿਹਨੇ ਅਟੈਕ ਕਰਾਇਆ ਉਹਦਾ ਤੇ ਹਰਪ੍ਰੀਤ ਦਾ ਕੋਈ ਕਿਸੇ ਤਰ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਸੀਗਾ। ਅੰਜੂ ਜੀ, ਅਖੀਰ ਦੇ ਵਿੱਚ ਅਖੀਰ ਸਮਾਂ ਇਜਾਜ਼ਤ ਨਹੀਂ ਦਿੰਦਾ, ਤੁਸੀਂ ਕਿਉਂਕਿ ਇਸ਼ੂ ਬਹੁਤ ਵੱਡਾ ਹੈ ਔਰ ਕਿਸੇ ਤੇ ਕਦੇ ਵੀ ਹੋ ਸਕਦਾ ਹੈ, ਕੋਈ ਵੀ ਵਿਕਟਿਮ ਬਣ ਸਕਦਾ ਹੈ। ਸਿਰਫ ਤੁਸੀਂ ਸਾਨੂੰ ਇਹ ਦੱਸੋ, ਸਾਡੇ ਦਰਸ਼ਕਾਂ ਨੂੰ ਜਿਹੜੇ ਪੰਜਾਬ ਦੀ ਧਰਤੀ ਤੋਂ ਇੰਨੀ ਦੂਰ ਬੈਠੇ ਹੈ, ਇਹ ਕੀ ਕਰ ਸਕਦੇ ਹੈ? ਇਹਨਾਂ ਨੂੰ ਤੁਸੀਂ ਕੁਝ ਕਹਿ ਸਕਦੇ ਹੋ, ਕੁਝ ਰਾਏ ਦੇ ਸਕਦੇ ਹੋ? ਜੀ ਬਿਲਕੁਲ। ਦੇਖੋ, ਲక్ష్ਮੀ ਦੇ ਹਾਈਲਾਈਟ ਕਰਨ ਤੋਂ ਬਾਅਦ ਇਹ ਕੇਸ ਅੱਗੇ ਆਇਆ, ਹੁਣ ਕਾਫੀ ਐਨਜੀਓਜ਼ ਵੀ ਅੱਗੇ ਆ ਰਹੀਆਂ ਹੈਗੀਆਂ ਤੇ ਜਿਹੜੇ ਐਨਆਰਆਈਜ਼ ਹੈ ਉਹਨਾਂ ਨੇ ਵੀ ਹਮੇਸ਼ਾ ਵੱਧ ਚੜ ਕੇ ਹਰ ਚੀਜ਼ 'ਚ ਹਿੱਸਾ ਲਿਆ ਹੈ। ਉਹ ਵੀ ਆਪਣੀ ਕੋਈ ਇਸ ਤਰ੍ਹਾਂ ਦੀ ਆਰਗੇਨਾਈਜੇਸ਼ਨ ਬਣਾ ਕੇ ਇਸ ਤਰ੍ਹਾਂ ਦੀਆਂ ਵਿਕਟਿਮਸ ਲਈ ਕੋਈ ਮੋਨੇਟਰੀ ਹੈਲਪ ਕਰ ਸਕਦੇ ਆ। ਉਹਨਾਂ ਦੇ ਕੇਸਸ ਜਿਹੜੇ ਆ ਉਹ ਐਗਰੈਸਿਵਲੀ ਟੇਕ ਅਪ ਕਰ ਸਕਦੇ ਆ ਵਿਦ ਜਿਹੜੇ ਅਗਰ ਐਨਆਰਆਈਜ਼ ਪੰਜਾਬ ਤੋਂ ਹੈਗੇ, ਆਪਣੇ ਪੰਜਾਬ ਗਵਰਨਮੈਂਟ ਦੇ ਨਾਲ ਉਹ ਇਹਨਾਂ ਇਸ਼ੂਜ਼ ਨੂੰ ਰੇਜ਼ ਕਰ ਸਕਦੇ ਆ। ਟਾਈਮ ਟੂ ਟਾਈਮ ਉਹਨਾਂ ਦੀਆਂ ਮੀਟਿੰਗਸ ਹੁੰਦੀਆਂ ਰਹਿੰਦੀਆਂ ਹੈਗੀਆਂ। ਉਹ ਪੰਜਾਬ ਗਵਰਨਮੈਂਟ ਨੂੰ ਇਸ ਗੱਲ ਲਈ ਮਜਬੂਰ ਕਰ ਸਕਦੇ ਆ ਕਿ ਉਹ ਆਪਣੇ ਇੰਨੇ ਵੱਡੇ ਵੱਡੇ ਇਲੈਕਸ਼ਨ ਮੈਨੀਫੈਸਟੋ ਦਿੰਦੇ ਆ ਵੀ ਇਹਦੇ ਪ੍ਰਤੀ ਵੀ ਉਹ ਥੋੜੇ ਜਿਹੇ ਸੈਂਸਿਟਾਈਜ਼ ਉਹਨਾਂ ਨੂੰ ਕਰ ਸਕਦੇ ਆ, ਕਿਉਂਕਿ ਐਨਆਰਆਈਜ਼ ਦੀ ਕਾਫੀ ਗੱਲ ਸਮਟਾਈਮਸ ਜਿਹੜੀਆਂ ਗਵਰਨਮੈਂਟ ਸੁਣਦੀਆਂ ਹੈਗੀਆਂ ਤੇ ਅਗਰ ਉਹ ਥੋੜਾ ਇਹਨੂੰ ਲੈਣਗੇ ਸੀਰੀਅਸਲੀ ਵਿਦ ਦ ਗਵਰਨਮੈਂਟ ਵਿਦ देयर ਰਿਸਪੈਕਟਿਵ MLAs ਔਰ MPs ਆਫ देयर ਏਰੀਆਜ਼, ਤੇ ਇਹ ਗੱਲ ਜਿਹੜੀ ਹੈ ਨਾ ਕਾਫੀ ਉੱਪਰ ਤੱਕ ਆ ਸਕਦੀ ਹੈ। ਅਗਰ ਹਰ ਕੋਈ ਐਫਰਟ ਕਰੇਗਾ ਤੇ ਇਹਦੇ ਵਿੱਚ ਮਤਲਬ ਕਹਿੰਦੇ ਨਾ 1 ਤੇ 1 11 ਹੋ ਜਾਂਦੇ ਆ, ਉਹ ਗੱਲ ਹੋ ਜਾਏਗੀ। ਤੇ ਉਹਨਾਂ ਨੂੰ ਜ਼ਰੂਰ ਅੱਗੇ ਆ ਕੇ ਇਸ ਤਰ੍ਹਾਂ ਦੇ ਜਿਹੜੇ ਆ ਨਾ ਜਿਹੜੇ ਸਟੇਟ ਗਵਰਨਮੈਂਟਸ ਐਜ਼ ਵੈਲ ਐਜ਼ ਕੁਝ ਮੋਨੇਟਰੀ ਫੰਡਸ ਰੇਜ਼ ਕਰਨ ਦਾ ਕੁਝ ਕੰਮ ਕਰਨਾ ਚਾਹੀਦਾ, ਕਿਉਂਕਿ ਇਹ ਇੰਨਾ ਪ੍ਰੋਲੋਂਗਡ ਟ੍ਰੀਟਮੈਂਟ ਹੈਗਾ ਕਿ ਮਤਲਬ ਕਿ ਤੇ ਇਹਦਾ ਹਿਊਮਨ ਬੋਡੀ ਤੇ ਇੰਨਾ ਬਰੂਟਲ ਇਫੈਕਟ ਹੈ ਕਿ ਉਹ ਤੇ ਦੂਸਰੀ ਗੱਲ ਉਹ ਲੜਕੀਆਂ ਨੂੰ ਰੀਹੈਬਿਲਿਟੇਟ ਕਰਨ ਲਈ ਵੀ ਕੁਝ ਕਰ ਸਕਦੇ ਆ, ਕਿਉਂਕਿ ਇਹਨਾਂ ਚੋਂ ਕਾਫੀ ਸਾਰੀਆਂ ਲੜਕੀਆਂ ਪੜ੍ਹੀਆਂ ਲਿਖੀਆਂ ਹੈਗੀਆਂ ਬਟ ਆਪਣੇ ਫੇਸ ਦੀ ਆਪਣੀ ਬੋਡੀ ਕਰਕੇ ਉਹ ਬਾਹਰ ਨਹੀਂ ਜਾਂਦੀਆਂ। ਉਹਨਾਂ ਨੂੰ ਰੀਹੈਬਿਲਿਟੇਟ ਕਰਨ ਲਈ ਵੀ ਉਹ ਅੱਗੇ ਆ ਸਕਦੇ ਆ ਉਹਨਾਂ ਨੂੰ, ਤਾਂ ਕਿ ਉਹ ਆਪਣਾ ਜ਼ਿੰਦਗੀ ਸਨਮਾਨ ਨਾਲ ਜੀ ਸਕਣ ਇਸ ਸਮਾਜ ਦੇ ਵਿੱਚ। ਬਹੁਤ ਬਹੁਤ ਧੰਨਵਾਦ ਤੁਹਾਡਾ ਅੰਜੂ ਜੀ, ਟਾਈਮ ਦੇਣ ਲਈ ਔਰ ਪੂਰੇ ਇਸ ਗੰਭੀਰ ਮਸਲੇ ਦੇ ਉੱਤੇ ਰੋਸ਼ਨੀ ਪਾਉਣ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਥੈਂਕ ਯੂ ਸੋ ਮਚ, ਥੈਂਕ ਯੂ ਵੈਰੀ ਮਚ। ਸੋ ਪਿਆਰੇ ਦਰਸ਼ਕੋ, ਇਹ ਸਨ ਅੰਜੂ ਅਗਨੀਹੋਤਰੀ ਚਾਬਾ ਇੰਡੀਅਨ ਐਕਸਪ੍ਰੈਸ ਤੇ ਸਮਾਂ ਹੈ ਇੱਕ ਵਕਫੇ ਦਾ, ਉਹਦੇ ਬਾਅਦ ਮੁੜ ਹਾਜ਼ਰ ਹੁੰਨੇ ਆ। ਤੁਸੀਂ ਸਾਨੂੰ ਆਪਣੇ ਵਿਚਾਰਾਂ ਨਾਲ ਜ਼ਰੂਰ ਜਾਣੂ ਕਰਾਓ। चाय? ये सब तुम शाही पुलाव के लिए कर रहे हो ना? बना दो ना प्लीज। 49 साल से रोज यही तो खा रहे हो। श्री लाल महल है तो 49 साल कट गए, वरना 49 दिन भी काटने मुश्किल होते। जाओ, नहीं बनाती मैं तुम्हारा शाही पुलाव। बना दो ना प्लीज डार्लिंग। 49 के 50 भी तो करने हैं। गोल्डन जुबिली मनानी है ना। खुशबूदार लंबे दाने वाला श्री लाल महल एम्पायर बासमती राइस। दादी, वाओ, शाही पुलाव। लगता है इस बार दादाजी अपनी एनिवर्सरी नहीं भूले। क्यों? बिल्कुल नहीं भूला। श्री लाल महल एम्पायर बासमती राइस, खिले खिले दाने, खिले खिले आप। Sahil, America's favorite fashion store. Visit our showroom in Chicago and New Jersey or online at sahil.com. अपने देश की सभ्यता, अपने ही लोग, अपनी मातृभूमि आपके पास लाते हुए, अपने देश की हर ग्रोसरी आपका अपना बाजार। Apna Bazaar, cash and carry, with locations in New York and New Jersey. The latest Apna Bazaar location and the largest Indian grocery store in New York is now open in Hicksville. Apna Bazaar. Jasprit Singh, attorney at law.
For all your immigration matters, asylum cases, deportation, family law, divorce, bankruptcy, entertainment visas, green card, etc., please contact the law offices of Jasprit Singh. With over 15 years of experience, we have handled many critical cases. We have 4 offices conveniently located in New York, Fremont, Sacramento, and Fresno. For free consultation, please contact 718-533-8444, 510-657-6444, 559-271-5511, 916-372-4448. कुनाल ज्वेलर दे गहने वाह पई वाह क्या कहने गहनियां नाल भर ले जाओ घर वाली नू हूर बनाओ कुनाल ज्वेलर ते आओ गहनियां नाल सज तज के बागो बाग हो जाओ असी तुहाडी पसंद दे 22 ਅਤੇ 24 कैरेट दे कड़े चेन कॉइन्स डायमंड कट बैंगल्स ऑर्डर ते तैयार करदे हां गहनियां दी रिपेयर भी ਇੱਥੇ ही करदे हां ਤੁਸੀਂ ਆਪਣੀ ਰਾਸ਼ੀ ਦੇ ਬਰਸਟੋਨ ਵੀ ਖਰੀਦ ਸਕਦੇ ਹੋ ਇਸ ਤੋਂ ਇਲਾਵਾ ਸਾਡੇ ਕੋਲ ਡਾਇਮੰਡ ਜੁਐਲਰੀ ਦੀ ਇੱਕ ਤੋਂ ਵੱਧ ਇੱਕ ਵੈਰਾਈਟੀ ਹੈ ਹੋਰ ਜਾਣਕਾਰੀ ਲਈ ਬਿੱਟੂ ਨੂੰ ਹੁਣੇ ਕਾਲ ਕਰੋ 7184787200 याद रखो कुनाल ज्वेलर 37-08 74 स्ट्रीट जैक्सन हाइट्स न्यूयॉर्क हाथों की अपनी दास्तां होती है कभी सृष्टि तो कभी विनाश ये देखती है कभी ये सहारा तो कभी विश्वास सदियों से ये खिलाए पीढ़ियों को निवाला और हर निवाले में हो शक्ति भोग आटा जब हाथों से खिलानी है 2 वक्त की रोटी तो वो जरूर हो शक्ति भोग आटे से बनी अपने देश का नंबर 1 आटा ਪੰਜਾਬੀਆਂ ਦੀ ਪਪੂਲਰ ਡਿਮਾਂਡ ਨੂੰ ਦੇਖਦਿਆਂ ਸਾਮਰਾ ਪ੍ਰੋਡਿਊਸ ਐਕਸਪ੍ਰੈਸ ਖੁੱਲ ਗਿਆ ਹੁਣ ਆਰਟੀਸੀਆ ਕੈਲੀਫੋਰਨੀਆ ਵਿੱਚ ਫਰੈਸ਼ ਸੀਜ਼ਨਲ ਵੈਜੀਟੇਬਲਸ ਫਰੂਟਸ ਤੇ ਇੰਡੀਅਨ ਗਰੋਸਰੀਜ਼ ਦਾ ਖਜ਼ਾਨਾ ਐਵਰੀਡੇ ਫਰੈਸ਼ ਪ੍ਰੋਡਿਊਸ ਡਾਇਰੈਕਟਲੀ ਫਰਮ ਦ ਫਾਰਮ ਰਿਲੀਜੀਅਸ ਇਵੈਂਟਸ ਤੇ ਰੈਸਟੋਰੈਂਟਸ ਲਈ ਸਪੈਸ਼ਲ ਪ੍ਰਾਈਸਿਸ ਫॉर शिपिंग ऑल ओवर यूएस एंड कनाडा कॉल 2134860086 सामरा प्रोड्यूस नंबर 1 होलसेल डिस्ट्रीब्यूटर पूरे अमेरिका ते कनाडा विच दिस एड इज स्पॉन्सर्ड बाय सामरा प्रोड्यूस ਗੱਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਅੱਜ ਅਸੀਂ ਮੁੱਖ ਤੌਰ ਦੇ ਉੱਤੇ ਜਿਸ ਵਿਸ਼ੇ ਨੂੰ ਲਿਆ ਉਹ ਸੀ ਲక్ష్ਮੀ ਦਾ ਜਾਂ ਐਸਿਡ ਅਟੈਕ ਤੇਜ਼ਾਬੀ ਹਮਲਿਆਂ ਦੇ ਜਿਨ੍ਹਾਂ ਦੇ ਉੱਤੇ ਅਸਰ ਹੁੰਦਾ। ਤੁਸੀਂ ਆਪਣੇ ਵਿਚਾਰ ਜ਼ਰੂਰ ਸਾਨੂੰ ਦੇ ਸਕਦੇ ਹੋ। ਤੁਸੀਂ ਕਿਵੇਂ ਸੋਚਦੇ ਹੋ ਕੀ ਕਰਨਾ ਚਾਹੀਦਾ ਔਰ ਕਿਵੇਂ ਇਸ ਇਨਸਾਨੀਅਤ ਦੇ ਉੱਤੇ ਕਲੰਕ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ ਜਾਂ ਉਹਨਾਂ ਦੀ ਕਿਵੇਂ ਮਦਦ ਕੀਤੀ ਜਾ ਸਕਦੀ ਹੈ। ਉਸ ਲੜਕੀ ਦੀ ਹਿੰਮਤ ਜਿਸ ਨੂੰ ਐਵਾਰਡ ਦਿੱਤਾ ਗਿਆ ਉਸਨੇ ਆਪਣੀਆਂ ਭਾਵਨਾਵਾਂ ਨੂੰ ਕਲਮਬੱਧ ਕੀਤਾ ਜਿਹੜੀ ਕੇਵਲ ਕੋਈ ਖਾਲੀ ਇੱਕ ਕਵਿਤਾ ਨਹੀਂ ਇੱਕ ਲਿਟਰੇਰੀ ਪੀਸ ਨਹੀਂ ਉਹਦੇ ਦਿਲ ਦੇ ਵਲਵਲੇ ਹਨ। ਜਦੋਂ ਉਸਨੇ ਉਹ ਲਿਖਿਆ ਹੋਣਾ ਉਸ ਦੇ ਭਾਵਨਾਵਾਂ ਦੇ ਵਿੱਚ ਕੀ ਹੋਏਗਾ। ਉਸ ਲక్ష్ਮੀ ਨੇ ਜੋ ਕਵਿਤਾ ਲਿਖੀ ਉਹ ਹਿੰਦੀ ਦੇ ਵਿੱਚ ਸੀ ਜਿਸ ਦਾ ਤਰਜਮਾ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਨਾ ਚਾਹਾਂਗੇ। ਉਸਨੇ ਲਿਖਿਆ ਤੁਸਾਂ ਮੇਰੇ ਚਿਹਰੇ ਉੱਤੇ ਨਹੀਂ ਮੇਰੇ ਸੁਪਨਿਆਂ ਉੱਤੇ ਤੇਜ਼ਾਬ ਪਾਇਆ ਸੀ ਤੁਹਾਡੇ ਦਿਲ ਵਿੱਚ ਪਿਆਰ ਨਹੀਂ ਤੇਜ਼ਾਬ ਹੋਇਆ ਕਰਦਾ ਸੀ ਤੁਸਾਂ ਮੈਨੂੰ ਪਿਆਰ ਦੀ ਨਜ਼ਰ ਨਾਲ ਨਹੀਂ ਤੇਜ਼ਾਬ ਦੀ ਨਜ਼ਰ ਨਾਲ ਦੇਖਦੇ ਸੋ ਮੈਨੂੰ ਦੁੱਖ ਹੈ ਇਸ ਗੱਲ ਦਾ ਕਿ ਤੁਹਾਡਾ ਨਾਮ ਮੇਰੇ ਤੇਜ਼ਾਬੀ ਚਿਹਰੇ ਨਾਲ ਜੁੜ ਗਿਆ ਹੈ। ਵਕਤ ਦਾ ਮਹਿਰਮ ਇਸ ਦਰਦ ਨੂੰ ਕਦੇ ਹਰ ਨਹੀਂ ਸਕੇਗਾ। हर ऑपरेशन मेरी तेज़ाब दी याद ताज़ा करेगा जद तुहानू पता लगेगा कि जिस चेहरे नू तुसी जलाया हुण मैनू उसे चेहरे नाल प्यार है। जिस वक्त तुहानू ये गल पता लगेगी वो वेला तुहानू किन्ना सताएगा जद तुहानू ये गल पता लगी कि मैं अजे भी जिउंदी हाँ अपने सुपनियां नू पूर रही हाँ। लक्ष्मी सो ये भावनावां है जिहड़ी उसके दिल की तर्जमानी करदियां। हैलो हेलो हाँ जी खालसा वाहिगुरू जी की फतेह वाहिगुरू जी की फतेह। साडा प्रोग्राम बड़े शौक नाल वेख्या बड़े खूबसूरत तुसी मुद्दे ते इशू लियाउंदे हो ते बड़े जानकारी वाले स्कॉलर लियाउंदे हो जिन्हां नाल गलबात हुंदी है
ਇਹਦੀ ਮੈਂ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ। ਹਾਂਜੀ ਹਾਂਜੀ ਪਰ ਹਾਂਜੀ ਜਿਹੜਾ ਇਹ ਤੇਜ਼ਾਬ ਪਾਉਂਦਾ ਹੈ ਤੇ ਇਹ ਮੁੱਦਾ ਤਾਂ ਬੜਾ ਸੁਣਨ ਲਿਆਂਦਾ ਹੈ, ਪਰ ਇਹਦਾ ਹੱਲ ਜਿਹੜਾ ਹੈ ਉਹ ਹੈ ਸਖਤ ਪਨਿਸ਼ਮੈਂਟਸ। ਜੀ 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 ਇਹਦਾ ਹੋਰ ਕੋਈ ਹੱਲ ਨਹੀਂ। ਜੇ ਤੇਜ਼ਾਬ ਨਹੀਂ ਹੋਏਗਾ ਕੋਈ ਹੋਰ ਚੀਜ਼ ਲੱਭ ਲੈਣਗੇ। ਹਾਂਜੀ ਲੇਕਿਨ ਸਾਰੇ ਮਿਡਲ ਈਸਟ ਵਿੱਚ ਵੇਖਿਆ ਵੀ ਕ੍ਰਾਈਮ ਤੇ ਹੈ ਪਰ ਬਹੁਤ ਘੱਟ ਹੈ, ਕਿਉਂਕਿ ਉੱਥੇ ਜਿਹੜੀਆਂ ਸਜ਼ਾਵਾਂ ਨੇ ਬੜੀਆਂ ਸਖਤ ਨੇ। ਜੀ 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 ਇਹ ਮੁਲਕ ਹੈ ਜਿਹੜਾ, ਇਹ ਗੁਰੂਆਂ ਪੀਰਾਂ ਦੀ ਪਿਛਲੀ ਇਤਿਹਾਸ ਪੜ੍ਹ ਕੇ ਵੇਖ ਲਓ ਵੀ ਇਹ ਆਪਣਾ ਸਿਵਲਾਈਜੇਸ਼ਨ ਮੁਤਾਬਕ ਸ਼ੁਰੂ ਤੋਂ ਗੰਦੀ ਨੀਤ ਵਾਲਾ ਤੇ ਗੰਦੇ ਲੋਕ ਨੇ। ਇਹ ਠੀਕ ਹੀ ਤਾਂ ਹੋ ਸਕਦੇ ਨੇ ਜੇ ਸਖਤ ਪਨਿਸ਼ਮੈਂਟ ਆਉਣ। ਜੀ ਪਰ ਢਿੱਲੋਂ ਸਾਹਿਬ ਇੱਕ ਗੱਲ ਜੇ ਅਸੀਂ ਇਤਿਹਾਸਕ ਪੱਖ ਤੋਂ ਵੇਖੀਏ ਤਾਂ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਇੱਕ ਬ੍ਰਾਹਮਣ ਨੇ ਫਰਿਆਦ ਕੀਤੀ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਕੋਲ ਕਿ ਉਸ ਦੀ ਬੇਟੀ ਨੂੰ ਚੁੱਕ ਕੇ ਲੈ ਗਏ ਹੈ ਤੇ ਉਹਨਾਂ ਨੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਭੇਜਿਆ ਸੀ ਉਸ ਨੂੰ ਛੁਡਾਉਣ ਲਈ। ਫਿਰ ਦੂਸਰਾ ਕਸੂਰ ਦੇ ਬ੍ਰਾਹਮਣ ਦੀ ਜਿਹੜੀ ਵੋਟੀ ਨੂੰ ਛੁਡਾਉਣ ਲਈ ਉਸ ਵੇਲੇ ਵੀ ਅਕਾਲ ਤਖਤ ਸਾਹਿਬ ਤੋਂ ਉਹਨਾਂ ਨੇ ਉਸੇ ਵੇਲੇ ਜਥਾ ਭੇਜਿਆ ਔਰ ਜਾ ਕੇ ਉਹਨਾਂ ਨੇ ਕਾਰਵਾਈ ਕੀਤੀ। ਜਿੱਥੇ ਐਸੇ ਹਵਾਲੇ ਹੋਣ ਕਿ ਕੇਵਲ ਕਾਨੂੰਨ ਨਾਲ ਜਾਂ ਲੋਕਾਂ ਦੀ ਸੋਚ ਵਿੱਚ ਕਿਉਂ ਤਬਦੀਲੀ ਆ ਗਈ ਹੈ? ਕਿਉਂ ਨਹੀਂ ਇਹ ਸੋਚ ਕਿੱਦਾਂ ਫਿਰ ਦਰੁਸਤ ਹੋ ਸਕਦੀ ਹੈ ਜਿਹੜੀ ਸੋਚ ਬਿਮਾਰ ਹੋ ਚੁੱਕੀ ਹੈ? ਬਿਲਕੁਲ ਠੀਕ ਹੈ। ਇਹ ਸੋਚ ਵੀ ਨਾਲ ਹੀ ਜਿਹੜੀ ਇਹ ਬਦਲਦੀ ਹੈ। ਕਾਨੂੰਨ ਜੇ ਨੇਕ ਨੀਤੀ ਦੇ ਨਾਲ ਉਹ ਸਖਤ ਕਾਨੂੰਨ ਦੱਸਿਆ। ਅੰਜੂ ਅਗਨੀਹੋਤਰੀ ਨੇ ਵੀ ਇੱਥੋਂ ਤੱਕ ਵੀ ਬੰਗਲਾਦੇਸ਼ ਸਭ ਤੋਂ ਅੱਗੇ ਆ, ਹੋਰ ਸਭ ਤੋਂ ਕਿੰਨੇ ਅੱਗੇ ਨੇ। ਇਹ ਗੰਦੇ ਮੁਲਕ ਵਿੱਚ ਗੰਦੇ ਲੋਕ ਰਹਿੰਦੇ ਨੇ। ਜੇ ਇਹ ਇੱਕ ਮੁੱਠ ਨੀਤਾਂ ਸਾਫ਼ ਕਰਕੇ ਸਖਤ ਕਾਨੂੰਨ ਜਿਹੜੇ ਨੇ ਉਹ ਕਚਹਿਰੀਆਂ ਵਿੱਚ ਬਣਾਉਣ ਤੇ ਜਿਹੜਾ ਦੋਸ਼ੀ ਆ 10 ਵਾਰਾਂ ਸੋਚੇਗਾ ਇਹੋ ਜਿਹਾ ਕੋਈ ਕਰਮ ਕਰਨ ਵਾਸਤੇ। ਤੇ ਇੱਥੋਂ ਕਿਵੇਂ ਕੁਝ ਮਦਦ ਕੀਤੀ ਜਾ ਸਕਦੀ ਹੈ? ਤੁਸੀਂ ਕੀ ਸੋਚਦੇ ਹੋ? ਇੱਥੋਂ ਉਸ ਦੇਸ਼ ਵਿੱਚ ਅਸੀਂ ਕੋਈ ਬਹੁਤੀ ਵੱਡੀ ਮਦਦ ਨਹੀਂ ਕਰ ਸਕਦੇ। ਇਹੋ ਹੀ ਕਹਿ ਸਕਦੇ ਆ ਉਹਨਾਂ ਨੂੰ ਭਈ ਆਪਣੇ ਧਿਆਨ ਰੱਖੋ, ਬੀ ਕੇਅਰਫੁਲ, ਬੀ ਅਲਰਟ। ਇਹ ਬੜੀ ਹੈਲਪ ਕਰਦਾ ਹੈ ਤੇ ਹਨੇਰੇ ਸਵੇਰੇ ਬੀਬੀਆਂ ਕੱਲੀਆਂ ਨਾ ਨਿਕਲਣ, ਇਹੋ ਜਿਹੀਆਂ ਮਦਦਾਂ ਕਰ ਸਕਦੇ ਨਹੀਂ ਤੇ ਉਸ ਮੁਲਕ ਵਿੱਚ ਅਸੀਂ ਕੀ ਕਰ ਸਕਦੇ? ਯਾਨੀ ਕਿ ਨਿਰਾਸ਼ਾਜਨਕ ਹਾਲਤ ਹੈ ਨਾ? ਨਿਰਾਸ਼ਾਜਨਕ ਇਹ ਸਾਰੀ ਸਿਚੁਏਸ਼ਨ ਜਿਹੜੀ ਹੈ, ਕਿਉਂਕਿ ਲੋਕ ਗੰਦੇ ਬੜੇ ਨੇ, ਕਰਪਟ ਬੜੇ ਨੇ, ਬਦ ਨੀਤ ਨੇ। ਉਹਨਾਂ ਦੀ ਨੀਤ ਪਤਾ ਨਹੀਂ ਕਦੋਂ ਠੀਕ ਹੋਏਗੀ। ਚਲੋ ਤੁਹਾਨੂੰ ਲੱਗਦਾ ਹੈ ਬਹੁਤ ਜ਼ਿਆਦਾ ਗੁੱਸਾ ਹੈ ਤੇ ਪਰ ਤੁਹਾਡੇ ਅਫਸੋਸ ਤਾਂ ਹੋਣਾ ਚਾਹੀਦਾ ਜੀ। ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਤੁਹਾਡੇ ਵਿਚਾਰਾਂ ਦਾ ਜੀ। ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਰ ਗੁਰਬਖਸ਼ ਸਿੰਘ ਜੀ ਢਿੱਲੋਂ ਜਿਹੜੇ ਕਿ ਆਪਣੇ ਵਿਚਾਰ ਦੇ ਰਹੇ ਸਨ ਔਰ ਵਾਕਈ ਉਹਨਾਂ ਦਾ ਜਿਹੜਾ ਇੱਕ ਭਾਵਨਾ ਹੈ ਜਿਹੜੀ ਉਸ ਦੇ ਵਿੱਚ ਸਾਹਮਣੇ ਆ ਰਹੀ ਸੀ। ਸੋ ਇਹ ਮੁੱਦੇ ਦੇ ਉੱਤੇ ਤੁਸੀਂ ਕੀ ਸਮਝਦੇ ਹੋ? ਕੀ ਕਰਨਾ ਚਾਹੀਦਾ? ਸਰਕਾਰਾਂ ਕੀ ਕਰ ਸਕਦੀਆਂ? ਕਿਉਂਕਿ ਸਾਲਾਂ ਬੱਧੀ ਕੇਸ ਲਟਕਦੇ ਰਹਿੰਦੇ ਹਨ। ਹੁਣ ਸੁਪਰੀਮ ਕੋਰਟ ਦੇ ਵਿੱਚ ਵੀ ਕਈ ਸਾਲ ਤੋਂ ਇਹ ਕੇਸ ਚੱਲ ਰਿਹਾ। ਲక్ష్ਮੀ ਜਦੋਂ ਉਹਦੇ ਉੱਤੇ ਹਮਲਾ ਹੋਇਆ ਸੀ ਉਸ ਦੀ ਉਮਰ ਕੇਵਲ 15 ਸਾਲ ਸੀ, ਪਰ ਹੁਣ ਇੰਨੇ ਸਾਲਾਂ ਦੇ ਬਾਅਦ ਹਾਲੇ ਵੀ ਉਹ ਮੁਕੱਦਮਾ ਉਸ ਦਾ ਚੱਲ ਰਿਹਾ ਪਰ ਉਸਨੇ ਆਪਣੀ ਹਿੰਮਤ ਨਹੀਂ ਛੱਡੀ, ਹਿੰਮਤ ਨਹੀਂ ਹਾਰੀ ਔਰ ਉਹ ਲੜਦੀ ਆ ਰਹੀ ਹੈ। ਇਸੇ ਕਰਕੇ ਉਸ ਦਾ ਤਾਂ ਸਨਮਾਨ ਕੀਤਾ ਪਰ ਉਸ ਦਾ ਸਨਮਾਨ ਨਹੀਂ, ਘੱਟੋ ਘੱਟ ਐਸੇ ਸਾਰੇ ਵਿਕਟਮਸ ਨੂੰ ਇੱਕ ਬੜੀ ਹਿੰਮਤ ਮਿਲੇਗੀ ਕਿ ਉਹਨਾਂ ਨੂੰ ਇਸ ਦੇ ਖਿਲਾਫ, ਇਸ ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਤੁਹਾਨੂੰ ਇਹ ਪ੍ਰੋਗਰਾਮ ਕਿੱਦਾਂ ਦਾ ਲੱਗਾ? ਜ਼ਰੂਰ ਤੁਸੀਂ ਈਮੇਲ ਕਰਨਾ ਔਰ ਜ਼ਰੂਰ ਆਪਣੇ ਵਿਚਾਰਾਂ ਦੇ ਨਾਲ ਜਾਣੂ ਕਰਾਉਣਾ। lamba@getpunjabi.tv ਇੱਕ ਹੋਰ ਪ੍ਰੋਗਰਾਮ ਲੈ ਕੇ ਮੁੜ ਹਾਜ਼ਰ ਹੋਵਾਂਗੇ। ਤਦ ਤੱਕ ਇਜਾਜ਼ਤ ਦਿਓ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।